Namaskar, Sat Shri Akal, good evening everybody. I'm your host Misha Bajwa Chaudhary and I welcome you all to Salaria Jan Seva Foundation presents News 18 Punjab Haryana's The Prominent Punjabi, powered by Birla TMT Steel, Agri King Tractors, co-powered by Reliance Industries Limited. ਦੇਸ਼ ਦੇ ਨੰਬਰ 1 ਨਿਊਜ਼ ਚੈਨਲ ਨੈਟਵਰਕ ਨਿਊਜ਼ 18 ਦੇ ਇਸ ਮੰਚ ਤੇ ਅੱਜ ਅਸੀਂ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਪੰਜਾਬ ਦੀ ਸ਼ਾਨ ਕਹਿਲਾਉਣ ਵਾਲੇ ਲੈਜੈਂਡਸ ਦੀਆਂ ਐਕਸਟਰਾਆਰਡੀਨਰੀ ਅਚੀਵਮੈਂਟਸ, ਟੈਲੈਂਟਸ ਤੇ ਕੰਟਰੀਬਿਊਸ਼ਨਸ ਨੂੰ ਜੋ ਭਾਵੇਂ ਵੱਖ-ਵੱਖ ਫੀਲਡ ਤੋਂ ਆਉਂਦੇ ਨੇ ਪਰ ਇਹਨਾਂ ਸਭ ਦੇ ਵਿੱਚ ਇੱਕ ਗੱਲ ਕਾਮਨ ਹੈ। ਉਹ ਇਹ ਮਜ਼ਬੂਤ ਇਰਾਦੇ ਤੇ ਬੁਲੰਦ ਹੌਸਲਿਆਂ ਦੇ ਨਾਲ ਕਾਮਯਾਬੀ ਪਾਉਣ ਦੀ ਜ਼ਿੱਦ ਤੇ ਜਨੂਨ। ਪ੍ਰੋਮੀਨੈਂਟ ਪੰਜਾਬੀ ਦੇ ਇਸ ਮੰਚ ਤੋਂ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਪੰਜਾਬ ਦਾ ਪ੍ਰਾਈਡ ਕਹੇ ਜਾਣ ਵਾਲੇ, ਸਾਨੂੰ ਸਾਰਿਆਂ ਨੂੰ ਇਨਸਪਾਇਰ ਕਰਨ ਵਾਲੇ, ਸਪਿਰਿਟ ਆਫ ਪੰਜਾਬ ਦਰਸਾਉਣ ਵਾਲੇ ਕਈ ਨਾਮੀ ਗ੍ਰਾਮੀ ਚਿਹਰਿਆਂ ਦੇ ਨਾਲ। ਪਰ ਅੱਗੇ ਵਧਣ ਤੋਂ ਪਹਿਲਾਂ ਕੈਨ ਵੀ ਹੈਵ ਅ ਲੁੱਕ ਐਟ ਦੀ ਸ਼ੋ ਏਵੀ ਪਲੀਜ਼। ਨਾਰਥ ਇੰਡੀਆ ਦੇ ਬਿਜ਼ਨਸ ਹੱਬ ਦੇ ਵਜੋਂ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਪੰਜਾਬ ਦੀ ਗਿਣਤੀ ਉਹਨਾਂ ਟੌਪ ਅਚੀਵਰਸ ਅਤੇ ਐਸਪਾਇਰਰਸ ਦੇ ਵਿੱਚ ਕੀਤੀ ਜਾਂਦੀ ਹੈ ਜਿਹੜੇ ਦੇਸ਼ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਵਿੱਚ ਤੇਜ਼ੀ ਦੇ ਨਾਲ ਸਿਖਰ ਛੂ ਰਹੇ ਹਨ ਅਤੇ ਇਸ ਦੇ ਪਿੱਛੇ ਐਮਰਜਿੰਗ ਬਿਜ਼ਨਸ ਇਕੋਸਿਸਟਮਸ, ਵਰਲਡ ਕਲਾਸ ਇਨਫਰਾਸਟ੍ਰਕਚਰ ਅਤੇ ਉਹ ਲੀਡਰਸ ਜਿਹੜੇ ਆਪਣੇ ਇਨੋਵੇਟਿਵ ਵਿਜ਼ਨ ਅਤੇ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਨਵੀਂ ਪਛਾਣ ਦਿਵਾ ਰਹੇ ਹਨ। ਬਿਜ਼ਨਸ, ਐਜੂਕੇਸ਼ਨ, ਹੈਲਥ ਕੇਅਰ, ਡੇਅਰੀ ਐਂਡ ਫੂਡਸ ਜਿਹੇ ਵੱਖ-ਵੱਖ ਸੈਕਟਰਸ ਦੇ ਨਾਲ ਜੁੜੇ ਪੰਜਾਬ ਦੇ ਅਜਿਹੇ ਧਨੰਤਰ ਇਕੱਠੇ ਇੱਕੋ ਹੀ ਮੰਚ ਤੇ ਆ ਰਹੇ ਨੇ ਜਿਹੜੇ ਆਪਣੀ ਜਰਨੀ ਤੋਂ ਨਵੇਂ ਮਾਈਲਸਟੋਨਸ ਬਣਾ ਕੇ ਅਚੀਵਮੈਂਟਸ ਤੋਂ ਹਾਂ ਪੱਖੀ ਬਦਲਾ ਲੈ ਕੇ ਆ ਰਹੇ ਨੇ। ਗੱਲਬਾਤ ਅਤੇ ਸਨਮਾਨ ਦੇ ਸਭ ਤੋਂ ਵੱਡੇ ਮੰਚ ਤੇ ਅਜਿਹੀ ਕਈ ਸਕਸੈਸ ਸਟੋਰੀਜ਼ ਅਤੇ ਆਈਕਨਸ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਆ ਰਿਹਾ ਹੈ ਦੇਸ਼ ਦਾ ਨੰਬਰ 1 ਨਿਊਜ਼ ਚੈਨਲ ਨੈਟਵਰਕ ਨਿਊਜ਼ 18 ਜਿਨ੍ਹਾਂ ਦੇ ਮਜ਼ਬੂਤ ਇਰਾਦੇ ਬਣੇ ਉਹਨਾਂ ਦੀ ਕਾਮਯਾਬੀ ਦੀ ਚਾਬੀ। Welcome to News 18 Punjab Haryana, Prominent Punjabi. Now before we move forward and dive right into the first session, I'd like to take this opportunity to thank our partners ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਦੀ ਇਹ ਸ਼ਾਮ ਸਜੀ ਹੈ। Presenting partners Salaria Jan Seva Foundation, powered by Birla TMT Steel, Agri King Tractors, co-powered by Reliance Industries Limited, overseas education partner ESS Global, Ayurveda partner Yogis Ayurveda, gaming partner Hop Up, associate partner GNA University. Now moving on, they say no match is over until the last ball is bowled. ਜਦ ਇਨਸਾਨ ਵਿੱਚ ਫਾਈਟਿੰਗ ਸਪਿਰਿਟ ਹੋਵੇ, ਹਰ ਮੈਦਾਨ ਫਤਿਹ ਕਰਨ ਦਾ ਜਜ਼ਬਾ ਹੋਵੇ, ਜ਼ਿੱਦ ਹੋਵੇ, ਫਿਰ ਉਹਦੇ ਕਦਮਾਂ ਨੂੰ ਕੌਣ ਰੋਕ ਸਕਦਾ ਹੈ। ਜ਼ਿੱਦ ਤੇ ਜਨੂਨ ਦੀ ਅਜਿਹੀ ਇਨਸਪੀਰੇਸ਼ਨ ਤੁਹਾਨੂੰ ਐਕਸਪੀਰੀਅੰਸ ਕਰਾਉਣ ਜਾ ਰਹੇ ਹਾਂ ਅਸੀਂ ਆਪਣੇ ਫਰਸਟ ਸੈਸ਼ਨ ਦੇ ਜ਼ਰੀਏ, ਲੈਜੈਂਡਸ ਇਨ ਮੋਸ਼ਨ। ਇਸ ਸੈਸ਼ਨ ਨੂੰ ਅੱਗੇ ਵਧਾਉਣ ਲਈ ਲੈਟ ਮੀ ਕਾਲ ਅਪਨ ਸਟੇਜ ਮਾਈ ਕੋਲੀਗਸ ਗੌਰਵ ਸ਼ੁਕਲਾ ਐਂਡ ਉਮੇਸ਼ ਸ਼ਰਮਾ ਔਨ ਸਟੇਜ ਪਲੀਜ਼। ਮੇਰੇ ਸਾਥੀਆਂ ਲਈ ਵੀ ਜ਼ੋਰਦਾਰ ਤਾਲੀਆਂ ਹੋ ਜਾਣ ਤੇ ਬਹੁਤ ਅੱਛਾ ਲੱਗੇਗਾ। ਥੈਂਕ ਯੂ ਸੋ ਮਚ। And now ladies and gentlemen, ਆਪਣੀ ਜਰਨੀ, ਆਪਣੀ ਲਾਈਫ ਜਰਨੀ, ਆਪਣੇ ਐਕਸਪੀਰੀਐਂਸਸ ਦੇ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਇਨਸਪਾਇਰ ਕਰਨ ਲਈ ਸਾਡੇ ਵਿਚਕਾਰ ਪੰਜਾਬ ਦੇ ਦੋ ਆਈਕਨਸ ਮੌਜੂਦ ਨੇ। ਪਲੀਜ਼ ਪੁੱਟ ਯੋਰ ਹੈਂਡਸ ਟੁਗੇਦਰ while I invite on stage former Indian hockey team captain Rajpal Singh Hundal ji and actor and former cricketer Yogaraj Singh ji। ਜ਼ੋਰਦਾਰ ਤਾਲੀਆਂ ਦੇ ਨਾਲ ਸਾਡੇ ਦੋਵੇਂ ਮਹਿਮਾਨ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਉਹ ਮੰਚ ਤੇ ਆਉਣ ਔਰ ਆਪਣੀ ਜਰਨੀ, ਆਪਣੇ ਐਕਸਪੀਰੀਐਂਸਸ ਨਾਲ ਪੰਜਾਬ ਨੂੰ, ਪੰਜਾਬੀਆਂ ਨੂੰ ਇਨਸਪਾਇਰ ਕਰਨ। ਵੈਲਕਮ ਟੂ ਦ ਬੋਥ ਆਫ ਯੂ। ਓਵਰ ਟੂ ਯੂ ਉਮੇਸ਼, ਗੌਰਵ, ਟੇਕ ਇਟ ਫਾਰਵਰਡ ਫਰਮ ਹੇਅਰ। ਸ਼ੁਕਰੀਆ ਮੀਸ਼ਾ। ਜਿਨ੍ਹਾਂ ਨੇ ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦਾ ਕਾਮਯਾਬ ਸਫ਼ਰ ਤੈਅ ਕੀਤਾ ਔਰ ਆਪਣੇ ਬੇਟੇ ਨੂੰ ਦੁਨੀਆ ਜਿੱਤਣ ਦੇ ਯੋਗ ਬਣਾਇਆ, ਉਹ ਯੋਗਰਾਜ ਸਿੰਘ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਯੋਗਰਾਜ ਸਿੰਘ ਜੀ। ਤੇ ਜਿਨ੍ਹਾਂ ਦਾ ਹਾਕੀ ਦੇ ਮੈਦਾਨ ਦੇ ਉੱਤੇ ਰਾਜ ਪਲ ਰਿਹਾ, ਉਹ ਰਾਜਪਾਲ ਸਿੰਘ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ। ਜੀ ਆਇਆਂ।
ਤਾਂ ਪ੍ਰੋਮੀਨੈਂਟ ਪੰਜਾਬੀ ਦੀ ਸਟੇਜ ਦੇ ਉੱਤੇ ਇਹ ਦੋ ਸ਼ਖਸੀਅਤਾਂ ਨੇ ਜੋ ਖੇਡ ਦੇ ਮੈਦਾਨ ਦੇ ਨਾਲ ਜੁੜੀਆਂ ਹੋਈਆਂ। ਤਾਂ ਅੱਜ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਘੱਟੋ ਘੱਟ ਅੱਜ ਇਹਨਾਂ ਨੂੰ ਸਟੇਡੀਅਮ ਵਾਲੀ ਫੀਲ ਤਾੜੀਆਂ ਦੇ ਨਾਲ ਆਪਾਂ ਜ਼ਰੂਰ ਕਰਵਾ ਲਈਏ। ਤਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਔਰ ਬਾਰ-ਬਾਰ ਚੱਲਦੀਆਂ ਰਹਿਣ ਕਿ ਸਟੇਡੀਅਮ ਵਾਲੀ ਫੀਲ ਇਹਨਾਂ ਨੂੰ ਜ਼ਰੂਰ ਚੇਤੇ ਰਹੇ। ਸਰ ਸਵਾਗਤ ਹੈ, ਬਹੁਤ-ਬਹੁਤ ਤੁਹਾਨੂੰ ਮਾਈਕ ਲੈਣੇ ਪੈਣੇ ਜੀ। ਯੋਗਰਾਜ ਸਿੰਘ ਜੀ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ ਹਾਂ। ਸਾਡਾ ਅੱਜ ਦਾ ਪ੍ਰੋਗਰਾਮ ਦਾ ਪ੍ਰੋਮੀਨੈਂਟ ਪੰਜਾਬੀ, ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਹਾਂ ਯੋਗਰਾਜ ਸਿੰਘ ਜੀ ਤੋਂ, ਦਾ ਪ੍ਰੋਮੀਨੈਂਟ ਪੰਜਾਬੀ ਬਣਨ ਦੇ ਸਫ਼ਰ ਤੋਂ, ਕਿ ਮੌਜੂਦਾ ਸਿਸਟਮ ਨੂੰ, ਮੌਜੂਦਾ ਸਮੇਂ ਦੇ ਵਿੱਚ ਕਿਵੇਂ ਤੁਸੀਂ ਉਸ ਪੂਰੇ ਦੌਰ ਨੂੰ ਯਾਦ ਕਰਦੇ ਹੋ ਜਦੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਔਰ ਇੰਡੀਅਨ ਟੀਮ ਤੱਕ ਪਹੁੰਚੇ। ਉਸ ਤੋਂ ਬਾਅਦ ਦਾ ਵੱਖਰਾ ਦੌਰ, ਪੋਲਿਟਿਕਸ ਨੂੰ ਵੀ ਜੁਆਇਨ ਕਰਨ ਵਾਲੇ ਪਾਸੇ ਗਏ, ਮੌਜੂਦਾ ਸਮੇਂ ਦੇ ਵਿੱਚ ਇੰਡਸਟਰੀ ਦਾ ਵੀ ਇੱਕ ਵੱਡਾ ਨਾਮ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਤੁਸੀਂ ਜੀ, ਮੈਂ ਜ਼ਿੰਦਗੀ 'ਚ ਸਮਝਦਾ ਕਿ ਜਦ ਇਨਸਾਨ ਪੈਦਾ ਹੁੰਦਾ ਹੈ ਉਹਦੀ ਦਾਸਤਾਨ ਰੱਬ ਲਿਖਦਾ ਹੈ ਜੀ। ਕਿ ਮੇਰੀ ਸਾਰੀ ਕਹਾਣੀ ਖੁਦਾ ਤੋਂ ਸ਼ੁਰੂ ਹੁੰਦੀ ਹੈ ਤੇ ਖੁਦਾ ਤੇ ਖਤਮ ਹੋ ਜਾਂਦੀ ਹੈ। ਕਿਸੇ ਨੇ ਕੀ ਬਣਨਾ ਹੈ, ਸਿਆਸਤਦਾਨ ਬਣਨਾ ਹੈ, ਖਿਡਾਰੀ ਬਣਨਾ ਹੈ, ਜੋ ਵੀ ਜ਼ਿੰਦਗੀ 'ਚ ਬੰਦੇ ਬਣਦੇ ਨੇ, ਉਹਨਾਂ ਨੂੰ ਇਹ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਵੀ ਮੈਂ ਆਹ ਕੀਤਾ ਤੇ ਮੈਂ ਉਹ ਕੀਤਾ ਤੇ ਮੈਂ ਆਹ ਬਣ ਗਿਆ ਤੇ ਮੈਂ ਆਹ ਕਰ ਲਿਆ। ਨਹੀਂ, ਇਹ ਗਲਤ ਹੈ ਤੇ ਗਲਤਫਹਿਮੀ ਆਪਾਂ ਨੂੰ ਕੱਢ ਦੇਣੀ ਚਾਹੀਦੀ ਹੈ। ਇਹ ਸਾਰੀ ਦੀ ਸਾਰੀ ਦਾਸਤਾਨ ਜਿਹੜੀ ਹੈ ਇਹ ਖੁਦਾ ਲਿਖਦਾ ਹੈ ਕਿਹਨੇ ਕੀ ਬਣਨਾ ਹੈ। ਜਿੱਥੇ ਤੱਕ ਮੇਰਾ ਆਪਣਾ ਜ਼ਾਤੀ ਤਾਲੁਕਾਤ ਹੈ, ਮੈਂ ਐਥਲੀਟ ਬਣਨਾ ਚਾਹੁੰਦਾ ਸੀ, ਮੇਰੇ ਫਾਦਰ ਚਾਹੁੰਦੇ ਸੀ ਮੈਂ ਓਲੰਪਿਕ ਗੋਲਡ ਮੈਡਲ ਜਿੱਤਾਂ, ਮੈਨੂੰ ਕ੍ਰਿਕਟ ਖੇਡਣੀ ਪੈ ਗਈ ਜੀ। ਇਹ ਅਨਫੋਰਚੂਨੇਟ ਹੈ ਜਾਂ ਫੋਰਚੂਨੇਟ ਹੈ ਮੈਨੂੰ ਨਹੀਂ ਪਤਾ। ਔਰ ਉਸ ਤੋਂ ਬਾਅਦ ਫਿਰ ਮੈਨੂੰ ਐਕਟਰ ਬਣਨਾ ਪੈ ਗਿਆ। ਫਿਰ ਐਕਟਰ ਦੇ ਨਾਲ ਨਾਲ ਮੈਨੂੰ ਲੋਕਾਂ ਨੇ ਕਿਹਾ ਜੀ ਬੁਲਾਰਾ ਬੜਾ ਚੰਗਾ ਹੈ ਜੀ, ਗੱਲ ਬੜੀ ਕਮਾਲ ਦੀ ਕਰਦਾ ਹੈ। ਉਹ ਗੱਲ ਇਹ ਵੀ ਹੈ ਤਾਂ ਹਾਸੇ ਵਾਲੀ ਗੱਲ ਵੀ, ਉਹ ਕਹਿੰਦੇ ਧੂੜ 'ਚ ਟੱਟੂ ਭੱਜਿਆ ਜਾਂਦਾ ਹੈ ਤੇ ਰੱਬ ਦੀ ਕਿਰਪਾ ਨਾਲ ਉਹ ਡਰਬੀ ਘੋੜਾ ਲੱਗਦਾ ਕਿਸੇ ਨੂੰ, ਹਰੇਕ ਨੂੰ। ਸੋ ਆਈ ਥਿੰਕ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਮਿਲਦੀਆਂ ਨੇ ਤੁਸੀਂ ਕਰਦੇ ਹੋ, ਔਰ ਜੋ ਤੁਸੀਂ ਸਵਾਲ ਮੈਨੂੰ ਪੁੱਛਿਆ ਹੈ ਇਹ ਸਭ ਦੀ ਰਹਿਮਤ ਹੈ। ਗੁਰੂ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗੱਲ ਇੱਥੇ ਮੁੱਕ ਜਾਂਦੀ ਜਿਹੜਾ ਤੁਸੀਂ ਸਵਾਲ ਕੀਤਾ ਹੈ, ਇਹ ਸਭ ਦੀ ਦਾਸਤਾਨ ਲਿਖੀ ਹੈ। ਬਿਲਕੁਲ। ਰਾਜਪਾਲ ਜੀ, 42 ਸੈਕਟਰ ਹਾਕੀ ਸਟੇਡੀਅਮ ਤੋਂ ਜਰਨੀ ਜਿਹੜੀ ਸ਼ੁਰੂ ਹੋਈ, ਕੈਪਟਨਸੀ ਕੀਤੀ ਹਾਕੀ ਟੀਮ ਦੀ, ਇੰਡੀਅਨ ਹਾਕੀ ਟੀਮ ਦੀ, ਅਰਜੁਨ ਬਣੇ, ਅਰਜੁਨ ਅਵਾਰਡ ਮਿਲਿਆ, ਹੁਣ ਤੁਸੀਂ ਪੁਲਿਸ ਅਫਸਰ ਹੋ। ਜਿਹੜੀ ਜਰਨੀ ਭਾਜੀ ਕਹਿ ਰਹੇ ਸੀਗੇ ਕਿ ਕੁਝ ਹੋਰ ਬਣਨਾ ਚਾਹੁੰਦੇ ਸੀ, ਕਿਆ ਵਾਕਈ ਫੈਮਿਲੀ 'ਚ ਇਦਾਂ ਸੀਗਾ ਵੀ ਤੁਸੀਂ ਹਾਕੀ ਹੀ ਫੜਨੀ ਹੈ? ਮੇਰੇ ਫਾਦਰ ਸਾਹਿਬ ਨੂੰ ਹਾਕੀ ਵੇਖਣ ਦਾ ਬਹੁਤ ਸ਼ੌਂਕ ਸੀ, ਬਹੁਤ ਜ਼ਿਆਦਾ ਫੈਨ ਸੀ ਹਾਕੀ ਦੇ। ਫਾਦਰ ਸਾਹਿਬ ਚੰਡੀਗੜ੍ਹ ਪੁਲਿਸ 'ਚ ਜੌਬ ਕਰਦੇ ਸੀ। 1975 ਜਿਹੜਾ ਵਰਲਡ ਕੱਪ ਹਾਕੀ ਦਾ ਜਿੱਤਿਆ ਇੰਡੀਆ ਨੇ ਅੱਜ ਤੱਕ, ਉਹਦਾ ਕੈਂਪ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚ ਲੱਗਾ ਸੀ। ਤੇ ਮੈਨੂੰ ਲੱਗਦਾ ਕਿ ਅਸੀਂ ਇੰਨੀ ਕੁ ਵਾਰੀ ਉਹ ਕੈਂਪ ਦੀਆਂ ਗੱਲਾਂ ਸੁਣੀਆਂ ਹੈ ਕਿ ਸ਼ਾਇਦ ਅਸੀਂ ਉਹ ਕੈਂਪ ਵੇਖਿਆ, ਕਿ ਉਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ। ਮੇਰੇ ਫਾਦਰ ਸਾਹਿਬ ਡਿਊਟੀ ਦੌਰਾਨ ਜਾਂ ਡਿਊਟੀ ਤੋਂ ਛੁੱਟੀ ਲੈ ਕੇ ਹਰ ਰੋਜ਼ ਹੀ ਕੈਂਪ ਵੇਖਣ ਚੱਲ ਜਾਂਦੇ ਸੀ। ਤੇ ਉਹ ਘਰ 'ਚ ਹਾਕੀ ਦੀ ਇੰਨੀਆਂ ਕੁ ਗੱਲਾਂ ਹੁੰਦੀਆਂ ਸੀ। ਤੇ ਜਿਹੜੇ ਮੇਰੇ ਬ੍ਰਦਰ ਨੇ ਵੱਡੇ 2 ਸਾਲ ਪਹਿਲਾਂ, ਉਹਨਾਂ ਨੇ ਹਾਕੀ ਸ਼ੁਰੂ ਕੀਤੀ, ਉਹਨਾਂ ਨੂੰ ਵੇਖ ਵੇਖ ਕੇ ਮੈਂ ਵੀ ਸ਼ੁਰੂ ਕੀਤੀ। ਤੇ ਮੈਨੂੰ ਲੱਗਦਾ ਉੱਥੋਂ ਇੱਕ ਸ਼ੁਰੂਆਤ ਹੋਈ ਤੇ ਜੋ ਸ਼ੁਰੂਆਤ ਦਾ ਨਤੀਜਾ ਉਹ ਪਰਮਾਤਮਾ ਦੀ ਮਿਹਰ ਸੀ ਕਿ ਹਿੰਦੁਸਤਾਨ ਦੀ ਕਪਤਾਨੀ ਮਿਲੀ। ਤੇ ਕਪਤਾਨੀ ਜਿਹੜੀ ਹੈ ਮੈਨੂੰ ਲੱਗਦਾ ਇੱਕ ਅਚੀਵਮੈਂਟ ਨਹੀਂ ਹੁੰਦੀ, ਕਪਤਾਨੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ। ਤੇ ਮੈਨੂੰ ਲੱਗਦਾ ਉਹ ਵੀ ਪਰਮਾਤਮਾ ਦੀ ਮਿਹਰ ਨਾਲ ਬਖੂਬੀ ਨਿਭਾਈ ਗਈ ਜੀ। ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਜਾਣਨੀ ਚਾਹਾਂਗਾ। ਤੁਸੀਂ 1975 ਦਾ ਜ਼ਿਕਰ ਕਰ ਦਿੱਤਾ, 1980 'ਚ ਮੈਡਲ ਆਇਆ ਓਲੰਪਿਕਸ ਦੇ ਵਿੱਚ, ਤੇ ਉਹ ਇੰਤਜ਼ਾਰ ਉਸ ਤੋਂ ਬਾਅਦ ਕਰੀਬ 40 ਸਾਲ ਦਾ ਭਾਰਤੀਆਂ ਨੂੰ ਕਰਨਾ ਪੈ ਗਿਆ। ਤੁਹਾਨੂੰ ਲੱਗਦਾ ਹੈ ਕਿ ਇੰਡੀਅਨ ਹਾਕੀ ਦੇ ਵਿੱਚ ਟੋਕੀਓ ਓਲੰਪਿਕ ਦਾ ਬ੍ਰੌਂਜ਼ ਮੈਡਲ ਕਹਾਣੀ ਬਦਲ ਕੇ ਰੱਖ ਸਕਦਾ ਹੈ? ਇਹ ਉਹ ਦੌਰ ਹੈ ਜਦੋਂ ਅਸੀਂ ਵਾਪਸ ਉਹ ਬੈਕ ਟੂ ਬੈਕ 골ਡ ਮੈਡਲ ਵਾਲੇ ਦੌਰ ਦੇ ਵਿੱਚ ਜਾ ਸਕਦੇ ਹਾਂ? ਮੈਂ ਹਮੇਸ਼ਾ ਕਹਿੰਦਾ ਕਿ ਵੇਖੋ, 골ਡ ਮੈਡਲ ਦੀ ਗੱਲ ਉਦੋਂ ਕੀਤੀ ਜਾਊਗੀ ਜਦੋਂ ਅਸੀਂ ਫਾਈਨਲ ਦੇ ਵਿੱਚ ਕੁਆਲੀਫਾਈ ਕਰਾਂਗੇ। ਬਿਲਕੁਲ। ਉਸ ਤੋਂ ਪਹਿਲਾਂ ਬੜੇ ਹੋਰ ਸਾਡੇ ਕੋਲ ਪ੍ਰੈਕਟਿਸ ਕਰਨ ਨੂੰ ਟਾਈਮ ਆ, ਵਕਤ ਆ। ਮੈਨੂੰ ਲੱਗਦਾ ਕਿ ਹਮੇਸ਼ਾ ਆਪਾਂ 골ਡ ਦੀ ਗੱਲ ਕਰਦੇ ਰਹੇ ਨੇ। ਆਪਾਂ ਪਰਫਾਰਮੈਂਸ ਦੀ ਗੱਲ ਕਰੀਏ, ਜੇ ਆਪਾਂ ਟੋਕੀਓ ਓਲੰਪਿਕ ਦੀ ਗੱਲ ਕਰੀਏ, ਬੜੀ ਵਧੀਆ ਪਰਫਾਰਮੈਂਸ ਰਹੀ, ਇਸ ਕਰਕੇ ਮੈਡਲ ਆਇਆ। ਬਿਲਕੁਲ। ਅਚੀਵਮੈਂਟ ਜਿਹੜੀ ਹੈ ਬਹੁਤ ਵਧੀਆ, ਇੰਨੇ ਸਾਲਾਂ ਬਾਅਦ ਜਿਹੜਾ ਮੈਡਲ ਆਇਆ ਇੰਡੀਆ ਦਾ। ਮੈਨੂੰ ਲੱਗਦਾ ਉਸ ਤੋਂ ਬਾਅਦ ਵੀ ਜਿਹੜੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ। ਹੁਣ ਵੀ ਇਹਨਾਂ ਦੀ ਤਿਆਰੀ ਹੈ। ਹੁਣ ਜਿਹੜੇ ਵਰਲਡ ਕੱਪ ਦੇ ਵਿੱਚ ਇੰਨੀ ਵਧੀਆ ਪਰਫਾਰਮੈਂਸ ਨਹੀਂ ਰਹੀ ਹੈ, ਪਰ ਉਸ ਤੋਂ ਬਾਅਦ ਹੁਣ ਏਸ਼ੀਅਨ ਗੇਮਸ ਆਉਣ ਵਾਲੀਆਂ, ਉਸ ਤੋਂ ਬਾਅਦ ਜਿਹੜਾ ਓਲੰਪਿਕ ਆਉਣ ਵਾਲਾ, ਮੈਨੂੰ ਲੱਗਦਾ ਉੱਤੇ ਫੋਕਸ ਰੱਖਣ ਤੇ ਜੋ ਵੀ
ਟਾਰਗੇਟ ਆ ਉਹ ਅਚੀਵ ਕਰਨਗੇ। ਯੁਗਰਾਜ ਸਿੰਘ ਜੀ, ਆਈਪੀਐਲ ਦਾ ਸੀਜ਼ਨ ਇਸ ਸਮੇਂ ਚੱਲ ਰਿਹਾ, ਕ੍ਰਿਕਟ ਦੀ ਬਹੁਤ ਚਰਚਾ ਹੋ ਰਹੀ ਹੈ ਔਰ ਤੁਸੀਂ ਕ੍ਰਿਕਟ ਤੋਂ ਹੀ ਸਾਰੀਆਂ ਚੀਜ਼ਾਂ ਤੁਸੀਂ ਖੁਦ ਕਿਹਾ ਕਿ ਫੋਰਚੂਨੇਟ ਹੈ ਜਾਂ ਅਨਫੋਰਚੂਨੇਟ ਹੈ ਕਿ ਤੁਸੀਂ ਉਸ ਲਾਈਨ ਦੇ ਵਿੱਚ ਗਏ। ਮੈਂ ਮੌਜੂਦਾ ਦੌਰ ਦੇ ਵਿੱਚ ਸਮਝਣਾ ਚਾਹੁੰਦਾ ਕਿ ਤੁਸੀਂ ਆਪਣੇ ਦੌਰ ਨੂੰ ਔਰ ਅੱਜ ਦੇ ਦੌਰ ਨੂੰ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ, ਤੁਹਾਨੂੰ ਦੋਵੇਂ ਵੱਖਰੇ ਕਿਵੇਂ ਲੱਗਦੇ ਨੇ? ਅੱਜ ਦੀ ਡੇਟ ਦੇ ਵਿੱਚ ਇੱਕ ਫਾਸਟ ਫਾਰਮੈਟ ਕ੍ਰਿਕਟ ਦਾ ਹਰ ਪਾਸੇ ਤੁਸੀਂ ਕਹਿ ਸਕਦੇ ਹੋ ਕਿ ਬੋਲਬਾਲਾ ਹੈ। ਇੱਕ ਉਹ ਦੌਰ ਸੀ ਜਦੋਂ ਟੈਸਟ ਕ੍ਰਿਕਟ ਬਹੁਤ ਜ਼ਿਆਦਾ ਦੇਖਿਆ ਵੀ ਜਾਂਦਾ ਸੀ, ਅੱਜ ਦੇ ਦੌਰ 'ਚ ਵੀ ਦੇਖਿਆ ਜਾਂਦਾ। ਤੁਸੀਂ ਦੋਵਾਂ ਨੂੰ ਕਿਵੇਂ ਦੇਖਦੇ ਹੋ ਕਿ ਉਸ ਦੌਰ ਨੂੰ ਤੇ ਅੱਜ ਦੇ ਦੌਰ? ਮੇਰੇ ਹਿਸਾਬ ਨਾਲ ਟੈਸਟ ਕ੍ਰਿਕਟ ਦਾ ਆਪਣਾ ਮਜ਼ਾ ਹੈ। ਬਿਲਕੁਲ, ਅਸਲੀ ਟੈਸਟ ਤੁਹਾਡਾ ਉੱਥੇ ਹੀ, ਇਸ ਕਰਕੇ ਉਹਨੂੰ ਟੈਸਟ ਕ੍ਰਿਕਟ ਕਿਹਾ ਜਾਂਦਾ ਹੈ। ਫਿਰ 50-50 ਫਾਰਮੈਟ ਆਇਆ, ਫਿਰ 20-20 ਆਇਆ। ਮੈਂ ਸੋਚਦਾ ਜੇ ਸਾਡੇ ਟਾਈਮ ਕਿਤੇ 20-20 ਹੁੰਦੇ ਆ, 50 ਓਵਰਸ ਗੇਮ ਉਦੋਂ ਸ਼ੁਰੂ ਹੋਈਆਂ ਸੀ ਨਵੀਆਂ, ਲੇਕਿਨ ਉਹ 22 ਆਰਟ ਕ੍ਰਿਕਟ ਖੇਡੀ ਜਾਂਦੀ ਹੈ, ਕੁਝ ਬਦਲਿਆ ਨਹੀਂ ਹੈ। ਆਪਾਂ ਉਹਨੂੰ ਬਦਲਾਵ ਦਾ ਨਾਮ ਦਿੱਤਾ ਹੈ। ਵਿਵ ਰਿਚਰਡ ਨੇ ਕ੍ਰਿਕਟ ਖੇਡੀ ਸਾਰੀ ਜ਼ਿੰਦਗੀ ਤੇ ਉਹਨੇ 20-20 ਖੇਡੀ। ਉਹਨੇ ਟੈਸਟ ਕ੍ਰਿਕਟ ਜੇ 200 ਕੀਤਾ, 300 ਕੀਤਾ ਜਾਂ ਕਿਸੇ ਫਾਰਮੈਟ ਖੇਲਿਆ, ਉਹ ਉਸ ਤਰ੍ਹਾਂ ਹੀ ਖੇਲਿਆ ਜਿਵੇਂ 20-20 ਖੇਡੀ ਜਾਂਦੀ ਹੈ। ਪਰ ਜਿਹੜਾ ਤੁਸੀਂ ਸਵਾਲ ਕੀਤਾ ਆਈਪੀਐਲ ਦਾ, ਮੈਂ ਸਮਝਦਾ ਕਿ ਆਈਪੀਐਲ ਦੇ ਆਉਣ ਨਾਲ ਕ੍ਰਿਕਟ ਬਹੁਤ ਪ੍ਰਫੁੱਲਤ ਹੋ ਗਈ ਦੁਨੀਆ ਦੇ ਵਿੱਚ। ਪਲੇਅਰਸ ਨੂੰ ਪੈਸਾ ਮਿਲਣ ਲੱਗ ਗਿਆ। ਬੜਾ ਜ਼ਰੂਰੀ ਸੀ ਕਿ ਖਿਡਾਰੀ ਤੇ ਫਕੀਰ ਨੂੰ ਪੈਸਾ ਮਿਲਣਾ ਚਾਹੀਦਾ ਹੈ, ਕਿਉਂਕਿ ਦੋਨੋਂ ਚੀਜ਼ਾਂ ਬੜੀਆਂ ਔਖੀਆਂ ਨੇ, ਇਹਦੇ ਲਈ ਖੂਨ ਪਸੀਨਾ ਇੱਕ ਲੱਗਦਾ। ਸੋ ਮੇਰੇ ਹਿਸਾਬ ਨਾਲ ਅੱਜ ਵੀ ਜਿੱਥੇ ਤੱਕ ਟੈਸਟ ਕ੍ਰਿਕਟ ਹੈ ਮੇਰੇ ਲਈ ਬਹੁਤ ਅਹਿਮ ਹੈ, ਕਿਉਂਕਿ ਤੁਹਾਨੂੰ ਪਤਾ ਲੱਗਦਾ ਵੀ 5 ਦਿਨ ਤੁਸੀਂ ਸਰਵਾਈਵ ਕਿਵੇਂ ਕਰਨਾ। 20-20 ਇੱਕ ਹੋਰ ਐਸਪੈਕਟ ਹੈ, ਲੇਕਿਨ ਆਈਪੀਐਲ ਨੇ ਜੋ ਬਦਲਾਵ ਲਿਆਂਦਾ ਹੈ ਇਸ ਦੁਨੀਆ ਦੇ ਵਿੱਚ, ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਇਹ ਕਹਿ ਸਕਦੇ ਹੋ ਜੀ ਐਂਟਰਟੇਨਮੈਂਟ ਹੈ ਜੀ, ਫਲਾਨਾ, ਲੋਕਾਂ ਨੇ ਕ੍ਰਿਟਿਸਾਈਜ਼ ਬਹੁਤ ਕੀਤਾ। ਪਰ ਮੈਂ ਸਮਝਦਾ ਅੱਜ ਦੇ ਦੌਰ ਦੇ ਵਿੱਚ ਹਰ ਚੀਜ਼ ਚੇਂਜ ਮੰਗਦੀ ਹੈ। ਵਾਟ ਗੋਜ਼ ਅਰਾਊਂਡ ਕਮਜ਼ ਅਰਾਊਂਡ, ਇਹ ਵੀ ਹੈ। ਜਿੰਨਾ ਮਰਜ਼ੀ ਤੁਸੀਂ ਚੀਜ਼ ਨੂੰ ਕਿਤੇ ਵੀ ਲੈ ਜਾਓ, ਪਰ ਉਹ ਵਾਪਸ ਉੱਥੇ ਹੀ ਆਉਂਦੀ ਹੈ ਜਿੱਥੋਂ ਸ਼ੁਰੂ ਕੀਤੀ ਸੀ। ਸੋ ਮੇਰੇ ਹਿਸਾਬ ਨਾਲ ਕ੍ਰਿਕਟ 'ਚ ਕੁਝ ਨਹੀਂ ਬਦਲਿਆ। ਉਹੀ 22 ਯਾਰਡ ਹੈ, ਉਹੀ ਬੋਲਰ ਨੇ, ਉਹੀ ਫੀਲਡ ਹੈ, 60 ਯਾਰਡ, 70 ਯਾਰਡ, 90 ਯਾਰਡ। ਡਿਪੈਂਡ ਕਰਦਾ ਕਿ ਤੁਸੀਂ ਆਪਣੇ ਮਾਈਂਡ ਸੈਟ ਨਾਲ ਕਿਵੇਂ ਖੇਡਦੇ ਹੋ। ਅੱਛਾ, ਤੁਹਾਨੂੰ ਆਪਣੇ ਜ਼ਿਆਦਾ 6 ਜਾਂ ਕ੍ਰਿਕਟ ਦੇ ਖੇਡਿਆ ਹੋਇਆ ਮੈਦਾਨ ਦੇ ਉੱਤੇ ਯਾਦ ਆਉਂਦਾ ਜਾਂ ਤੁਹਾਨੂੰ ਯੁਵਰਾਜ ਸਿੰਘ ਦੇ ਜ਼ਿਆਦਾ? ਕਿਉਂਕਿ ਯੁਵਰਾਜ ਸਿੰਘ ਵਰਲਡ ਵਾਈਡ ਉਹਨਾਂ ਨੂੰ ਜਿਸ ਤਰੀਕੇ ਨਾਲ ਵਰਲਡ ਕੱਪ 2007 ਜਾਂ 2011 ਦਾ ਹੋਵੇ, ਖੂਬ ਨਾਮ ਉਹਨਾਂ ਨੇ ਕਮਾਇਆ। ਉਹਨਾਂ ਦੇ ਆਪਣੀ ਕ੍ਰਿਕਟ ਖੇਡੀ ਹੋਈ ਯਾਦ ਹੁੰਦੀ ਹੈ ਜਾਂ ਉਹਨਾਂ ਦੀ ਯਾਦ ਆਉਂਦੀ ਹੈ ਅੱਜ ਵੀ? ਪਤਾ ਨਹੀਂ, ਮੈਂ ਕਈ ਵਾਰੀ ਯੂਵੀ ਮੈਨੂੰ ਕਹਿੰਦਾ ਪਾਪਾ ਪੁਰਾਣੇ ਥੋੜੇ ਦੋਸਤ ਮਿਲਦੇ ਨੇ, ਉਹ ਕਹਿੰਦੇ ਨੇ ਤੇਰਾ ਬਾਪੂ ਤੇ ਤੋਂ ਲੰਬੇ ਛਿੱਕੇ ਮਾਰਦਾ ਹੈ, ਤੂੰ ਉਹਦੇ ਬਰਾਬਰ ਹੈ ਕੁਝ ਨਹੀਂ। ਪਰ ਚਲੋ, ਪੁੱਤਰ ਹਮੇਸ਼ਾ ਪਿਓ ਤੋਂ ਅੱਗੇ ਜਾਂਦਾ। ਕੁਐਸਚਨ ਇਹ ਹੈ ਕਿ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਮੈਂ ਪ੍ਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਦੇਸ਼ ਤੇ ਕੁਰਬਾਨ ਹੋਣ ਵਾਲਾ, ਦੇਸ਼ ਦੇ ਗੌਰਵ ਵਾਸਤੇ, ਦੇਸ਼ ਦੀ ਆਨ ਬਾਨ ਤੇ ਸ਼ਾਨ ਵਾਸਤੇ ਰੱਬ ਨੇ ਇੱਕ ਐਸਾ ਪੁੱਤਰ ਦਿੱਤਾ ਜਿਹਨੂੰ ਮੈਂ ਆਪਣੇ ਤਰੀਕੇ ਨਾਲ ਤਿਆਰ ਕੀਤਾ, ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨਾਲ ਤਿਆਰ ਕੀਤਾ। ਦੁਨੀਆ ਨੂੰ ਉਦੋਂ ਪਸੰਦ ਨਹੀਂ ਆਇਆ। तमाम दुनिया चंडीगढ़ तो लैके सारे हिंदुस्तान तो लैके दुनिया तक ये कहते सी इन्हें अपना पुत्र मार देना है, ये फ्रस्ट्रेशन है फलाना, वो चीज़ां मैनूं बड़ियां चंगियां लगदियां कि मेरी जिहड़ी बैकिंग सिटिया गया मैनूं कि जी अपने मुंडे नूं तैयार कर रहा। पर एक ऐसा करिश्मा बनया, वर्षा जी मेरे आस्ट्रेलिया तो आए ने, बैठे ने, मेरा परिवार है, उत्थे हरेक घर च बच्चे ने अपना नाम युवराज ही रखा है। मेरा ख्याल मैं 500 बंदे नूं मिलिया, उस सब उन्होंने युवी कहते हैं। सो ये जिहड़ा मार्क बेंच देश वास्ते क्रिएट होया, ये एक डिफरेंट तरीके नाल होया। अग दा दरिया है, राजपाल जी आप स्पोर्ट्समैन रहे हैं, अग दे दरिया दे विचों निकलना पैंदा तां जाके किते सोना चमक मारदा है। सो मेरी चमक जिहड़ी सी वो इस तरीके दी सी जिहड़ी दुनिया नूं उदों पसंद नहीं सी, पर अज सारे कहंदे वाह भी वाह कमाल करती। सो आई थिंक ये बड़ा जरूरी है हरेक वास्ते कि जिंदगी च जब तक थोड़ी हिक च छोरा ना वजे ते खून ना निकले। गुरु गोबिंद सिंह जी महाराज ने कहा है, जब बाण लागो तब रोस जाग्यो, जब तक रोस ना जगे, जब तक हिक दे विच गल ना वजे, तब तक दुनिया दे विच इतिहास नहीं बनया करता। बिल्कुल। मेरा एक सवाल है, पहला मैं राजपाल भाजी नूं पूछांगा, फिर योग भाजी तुसीं भी जवाब देना, क्योंकि एक हॉकी ते क्रिकेट BCCI जिन्ना मर्जी बाकी फैडरेशनां ते असीं सुणदे रहिंदे, अज भी जंतर मंतर दे जिद्दां साडे कुश्ती प्लेयर ने, है ना। मैं ये समझना चाहुंदा कि क्रिकेट नूं 83 दा जदों वर्ल्ड कप जित्तिया, पैसा नहीं सीगा, NKP सालवे प्रेजिडेंट सीगे, मीटिंग हुई कि प्लेयरां नूं पैसे देना, योग भाजी जानते होने पुरानी गल्लां ने, लता मंगेशकर दा शो कराया गया सीगा ताल कटोरा स्टेडियम। उस तो बाद अज दी डेट तक क्रिकेट ने पिछे मुड़ के नहीं देखा, अरबोपति है BCCI। बाकी फैडरेशन का रौला क्यों है? हॉकी च भी तुसीं देखिया, तुहाडे टाइम च भी तुसीं जित के आए,
25000 ਰੁਪਏ ਕਹਿੰਦੇ ਜੀ ਦੇਵਾਂਗੇ ਟੀਮ ਨੂੰ, ਔਰ ਰਿਵੋਲਟ ਵੀ ਹੋਇਆ ਸੀ, ਤੁਸੀਂ ਕੈਪਟਨ ਵੀ ਸੀਗੇ। 1983 ਦੀ ਤੁਸੀਂ ਗੱਲ ਕੀਤੀ, ਉਹਦੇ 'ਚ ਇੱਕ ਆਪਾਂ 1982 ਦੀ ਏਸ਼ੀਅਨ ਗੇਮਾਂ ਭੁੱਲ ਜਾਂਦੇ ਹਾਂ। ਕਿਸੇ ਨਿਊਜ਼ਪੇਪਰ 'ਚ ਮੈਂ ਆਰਟੀਕਲ ਪੜ੍ਹਿਆ ਸੀ, ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਘੱਟ ਲੋਕਾਂ ਨੇ ਪਤਾ ਹੋਊਗਾ ਕਿ 1982 ਦੇ ਵਿੱਚ ਜਿਹੜੀ ਏਸ਼ੀਅਨ ਗੇਮਾਂ ਜੀ ਉਦੋਂ ਕਲਰ ਟੀਵੀ ਆ ਗਿਆ ਸੀ। ਪਹਿਲਾਂ ਹਾਕੀ ਸੁਣੀ ਜਾਂਦੀ ਸੀ, ਫਿਰ ਉਦੋਂ ਵੇਖੀ ਗਈ। ਜਦੋਂ 1982 ਦੀ ਦਿੱਲੀ ਦੇ ਵਿੱਚ ਏਸ਼ੀਅਨ ਗੇਮਾਂ ਸੀ, ਇੰਡੀਆ ਟੀਮ ਪਾਕਿਸਤਾਨ ਤੋਂ 7-1 ਤੋਂ ਹਾਰ ਗਈ। 7-1 ਤੋਂ ਬਿਲਕੁਲ। ਤੇ 1983 'ਚ ਕ੍ਰਿਕਟ ਜਿੱਤ ਗਿਆ। ਹਰ ਮੁਲਕ ਦੇ ਜਿਹੜੇ ਲੋਕ ਨੇ ਉਹ ਆਪਣੇ ਮੁਲਕ ਨੂੰ ਜਿੱਤਣਾ ਵੇਖਣਾ ਚਾਹੁੰਦੇ ਕਿ ਜਿੱਤੇ ਜ਼ਰੂਰ, ਨੋ ਡਾਊਟ। ਜਿਹੜੇ ਸਪੋਰਟਸ ਸਪੈਕਟੇਟਰ ਸੀ, ਸਪੋਰਟਸ ਲਵਰ ਸੀ, ਉਹ ਕਨਵਰਟ ਹੋ ਗਏ। ਉਹ ਜਿਹੜੀ ਜਦੋਂ ਕਨਵਰਟ ਹੋਏ, ਤੇ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ BCCI ਦੀ ਕਿ ਉਹਨੇ ਉਹ ਜਿਹੜੀ ਜਿੱਤ ਸੀ ਉਹਨੂੰ ਇਨਕੈਸ਼ ਕੀਤਾ। ਜਿਹੜਾ ਤੁਹਾਡਾ ਸਵਾਲ ਹੈ ਕਿ ਉਸ ਤੋਂ ਪਿੱਛੇ ਮੁੜ ਕੇ ਉਹਨਾਂ ਨੇ ਨਹੀਂ ਵੇਖਿਆ, ਤੇ ਜਿਹੜਾ ਹਾਕੀ ਦਾ ਡਾਊਨਫਾਲ ਆ ਉੱਥੋਂ ਸਟਾਰਟ ਹੋ ਗਿਆ ਸੀ, ਕਿਉਂਕਿ ਲੋਕਾਂ ਨੇ ਹਾਕੀ ਵੇਖਣੀ ਸ਼ੁਰੂ ਕਰਤੀ ਸੀ। ਤੇ ਜਿਹੜੀ ਪਹਿਲੀ ਵਾਰੀ ਵੇਖੀ ਉਹ ਹਾਰ ਵੇਖੀ। ਬੈਕ ਟੂ ਬੈਕ 1982 'ਚ ਵਰਲਡ ਕੱਪ ਹੋਇਆ, ਜਿਹੜਾ ਬੰਬੇ 'ਚ ਉੱਚ ਵੀ ਹਾਰ ਗਏ। ਉਹ ਦੋਵੇਂ ਟੂਰਨਾਮੈਂਟ ਜਿਹੜੇ ਪਾਕਿਸਤਾਨ ਨੇ ਜਿੱਤੇ ਸੀ। ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਹਾਕੀ ਦੇ ਵਿੱਚ ਇੱਕ ਡਾਊਨਫਾਲ ਦਾ ਇੱਕ ਰੀਜ਼ਨ ਰਿਹਾ। ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਬਹੁਤ ਵਧੀਆ ਰਿਹਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਕ੍ਰਿਕਟ ਦੀ ਅੱਜ ਲੀਗ ਹੁੰਦੀ ਪਈ ਹੈ, ਜਾਂ ਕਿਸੇ ਵੀ ਸਪੋਰਟਸ ਦੀ ਇੰਡੀਆ ਦੇ ਵਿੱਚ ਲੀਗ ਹੋ ਰਹੀ ਹੈ, ਸਭ ਤੋਂ ਪਹਿਲਾਂ ਜਿਹੜੀ ਹਾਕੀ ਦੀ ਸਟਾਰਟ ਹੋਈ ਸੀ PHL 2005 ਦੇ ਵਿੱਚ। ਬਿਲਕੁਲ। ਪਰ ਉਸ ਲੀਗ ਨੂੰ ਵੀ ਇਹ ਸਾਂਭ ਨਹੀਂ ਸਕੇ, ਉਹ ਮੋਮੈਂਟਮ ਨਹੀਂ ਹੋਤਾ, ਉਹ ਸਾਂਭ ਨਹੀਂ ਸਕੇ। ਮੈਨੂੰ ਲੱਗਦਾ ਕਿ ਕਿਸੇ ਵੀ ਮੁਕਾਮ ਨੂੰ ਸਾਂਭ ਕੇ ਰੱਖਣਾ ਇਹ ਹਰ ਫੈਡਰੇਸ਼ਨ ਦਾ ਕੰਮ ਆ। ਯੋਗ ਭਾਜੀ, ਕੀ ਲੱਗਦਾ ਹੈ ਕਿ BCCI ਦਾ ਤਾਂ ਇੱਕ 30-40 ਪਲੇਅਰ ਖੇਲਿਆ ਮੈਚ ਵੀ ਪੈਨਸ਼ਨ ਲੈ ਲੈਂਦਾ, 25-30,000 40,000 ਕ੍ਰਾਈਟੇਰੀਆ ਬਣਾਇਆ ਹੋਇਆ ਹੈ, ਔਰ ਤੁਹਾਡੀ ਮੁਸਕਾਨ ਦੱਸ ਰਹੀ ਹੈ ਕਿ ਕੁਝ ਜਵਾਬ ਉਧਰੋਂ ਕੁਝ ਇਦਾਂ ਦਾ ਤੁਸੀਂ ਸੋਚ ਰਹੇ ਹੋ। ਰਾਜਪਾਲ ਜੀ ਨੇ ਜਵਾਬ ਬੜਾ ਪੋਲੀਟੀਕਲੀ ਦਿੱਤਾ ਹੈ, ਲੇਕਿਨ ਮੈਂ ਨਾ ਇਹੋ ਜਿਹੇ ਸੱਚ ਦੇ ਰਾਹ ਤੇ ਜਵਾਬ ਠੋਕ ਕੇ ਦਿੰਦਾ ਹੁੰਦਾ ਜਿਹੜੇ ਸੁਣਨਾ ਵੀ ਔਖਾ ਹੈ ਤੇ ਬੋਲਣਾ ਵੀ ਔਖਾ ਹੈ। ਬੰਦੇ ਦੀ ਆਪਦੀ ਫਿਤਰਤ ਹੁੰਦੀ ਹੈ ਕਿ ਮੈਂ ਕਿਹੜੀ ਚੀਜ਼ ਨੂੰ ਚੱਕ ਕੇ ਕਿੱਥੇ ਲੈ ਕੇ ਜਾਣਾ। ਜਿਸ ਚੀਜ਼ ਦੇ ਵਿੱਚ ਠਣਕਾਨ ਜ਼ਿਆਦਾ ਹੋਵੇ ਨਾ, ਪੈਸਾ ਇਸ ਦੁਨੀਆ ਦਾ ਦੂਸਰਾ ਰੱਬ ਬਣਾਇਆ ਬੰਦੇ ਨੇ। ਸਭ ਤੋਂ ਮਾੜਾ ਕੰਮ ਇਹ ਕੀਤਾ। ਜਿਸ ਚੀਜ਼ ਪੈਸਾ ਹੈਗਾ ਉਸੇ ਚੀਜ਼ ਦਾ ਡੰਕਾ ਵੱਜਦਾ ਹੈ। ਤੇ ਕ੍ਰਿਕਟ ਦੇ ਵਿੱਚ ਤੇ ਠੱਗ ਤੇ ਚੋਰ ਜ਼ਿਆਦਾ ਪੈਸੇ ਕਮਾਉਂਦੇ ਆ, ਇਹ ਵੀ ਤੁਹਾਨੂੰ ਦਿਆਂ ਦੱਸ। ਜਿਹੜਾ ਆਮ ਬੰਦਾ ਨਾ ਉਹ ਆਪਣੀ ਰੋਜ਼ੀ ਰੋਟੀ ਦਾ ਕੀ ਸੀਮਤ ਹੈ, ਲੇਕਿਨ ਜਿਹਨੂੰ ਦਿਮਾਗ ਆ ਲੈਪਟਾਪ ਹੈ ਨਾ ਜਿਹੜਾ ਰੱਬ ਨੇ ਲਾਇਆ ਉੱਤੇ, ਇਹ ਬੜੀ ਮਾੜੀ ਚੀਜ਼ ਲਾਇਆ, ਕਿਉਂਕਿ ਜਿਹੜਾ ਇੱਥੋਂ ਬੋਲਦਾ ਹੈ ਉਹ ਝੂਠ ਬੋਲਦਾ ਹੈ, ਤੇ ਜਿਹੜਾ ਇੱਥੋਂ ਬੋਲਦਾ ਹੈ ਉਹ ਸੱਚ ਬੋਲਦਾ ਹੈ। ਸੋ ਗੱਲ ਇਹ ਹੈ ਕਿ ਜੇ ਕ੍ਰਿਕਟ ਪ੍ਰਫੁੱਲਤ ਹੋ ਸਕਦੀ ਹੈ ਤਾਂ ਹਾਕੀ ਕਿਉਂ ਨਹੀਂ ਹੋਈ, ਫੁੱਟਬਾਲ ਕਿਉਂ ਨਹੀਂ ਹੋਈ, ਬਾਕੀ ਗੇਮਾਂ ਕਿਉਂ ਨਹੀਂ ਹੋਈਆਂ? ਕਿਉਂਕਿ ਜਿਹੜੇ ਬੰਦੇ ਲੜ ਕੇ, ਉਹ ਕਹਿੰਦੇ ਚੋਰ ਦੀ ਪੰਡ ਖੁੱਲ ਗਈ, ਚੋਰ ਦੀ ਪੰਡ ਖੁੱਲ ਗਈ, ਸਾਰੇ ਲੜ ਪਏ, ਕਿਸੇ ਤੇ ਇਸੇ ਦਵੰਨੀ ਚੋਰਨੀ ਨਹੀਂ ਖਿੰਡਰ ਗਿਆ। ਸੋ ਕ੍ਰਿਕਟ ਵਾਲਿਆਂ ਨੇ ਜੋ ਅੱਜ ਮਕਾਮ ਪੈਦਾ ਕੀਤਾ ਹੈ ਉਹ IPL ਤੋਂ ਪੈਸਾ ਆਇਆ ਐਕਚੁਅਲੀ, ਬੇਸਿਕਲੀ। ਉਸ ਤੋਂ ਪਹਿਲਾਂ ਪੈਸਾ ਨਹੀਂ ਸੀ। ਕਪਿਲ ਨੇ 83 ਵਰਲਡ ਕੱਪ ਜਿੱਤਿਆ, ਕਪਤਾਨ ਸੀ, ਇੰਡੀਅਨ ਟੀਮ ਨੇ ਜਿੱਤਿਆ, ਉਹ ਕਪਤਾਨੀ ਉਹਨੇ ਕੀਤੀ, ਲੇਕਿਨ ਫਿਰ ਵੀ ਉਸ ਤੋਂ ਬਾਅਦ ਪੈਸਾ ਨਹੀਂ ਆਇਆ। ਪੈਸਾ IPL ਤੋਂ ਬਾਅਦ ਆਇਆ 10 ਕਰੋੜ 20 ਕਰੋੜ। ਅੱਜ ਜਿਹੜੇ 5 ਸਾਲ 10 ਸਾਲ ਖੇਡੀ ਹੈ ਕ੍ਰਿਕਟ, ਉਹ ਸਾਰੇ 100 ਕਰੋੜੀ 20 ਕਰੋੜੀ 500 ਕਰੋੜੀ ਨੇ, ਲੇਕਿਨ ਉਹਨੂੰ ਪ੍ਰਮੋਟ ਕਿਹਨਾਂ ਨੇ ਕੀਤਾ? ਦੈਟ ਇਜ਼ ਇੰਪੋਰਟੈਂਟ। ਪ੍ਰਮੋਟ ਕਿਸੇ BCCI ਨੇ ਨਹੀਂ ਕੀਤਾ, ਪ੍ਰਮੋਟ ਕਿਸੇ ਫੈਡਰੇਸ਼ਨ ਵਾਲੇ ਨਹੀਂ ਕੀਤਾ, ਪ੍ਰਮੋਸ਼ਨ ਉਹਨਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੇ 10 ਰੁਪਏ ਤੋਂ 20 ਰੁਪਏ ਕਮਾਉਣੇ ਸੀ। ਸੋ ਇਟਸ ਬਿਜ਼ਨਸ। ਜਦ ਤੁਸੀਂ ਸਪੋਰਟਸ ਨੂੰ ਬਿਜ਼ਨਸ ਦੇ ਵਿੱਚ ਕਨਵਰਟ ਕਰੋਗੇ, ਫੈਮਿਲੀ ਨੂੰ ਸਪੋਰਟਸ ਦੇ ਵਿੱਚ ਕਨਵਰਟ ਕਰੋਗੇ, ਤੇ ਫਿਰ ਉਹਨੂੰ ਪੈਸੇ ਦੇ ਦੌਰ ਤੇ ਲਿਆਓਗੇ। ਬੇਸ਼ੱਕ ਉਹ ਪਰਿਵਾਰ ਹੋਵੇ, ਸੁਸਾਇਟੀ ਹੋਵੇ, ਦੇਸ਼ ਹੋਵੇ, ਜਦ ਤੁਸੀਂ ਉਹਦੇ ਵਿੱਚ ਪੈਸੇ ਦੀ ਗੱਲ ਕਰੋਗੇ, ਉਹਦੇ ਵਿੱਚ ਚੋਰ ਬਜ਼ਾਰੀ ਆਏਗੀ ਤੇ ਚੋਰਾਂ ਕੋਲ ਪੈਸਾ ਜ਼ਿਆਦਾ ਹੁੰਦਾ ਹੈ। ਰਾਜਪਾਲ ਜੀ ਕਹਿਣ ਨਾ ਕਹਿਣ, ਹਾਕੀ ਨੂੰ ਪ੍ਰਮੋਟ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉੱਥੇ ਇੱਕ ਦੂਜੇ ਦੀ ਲੱਤ ਖਿੱਚਣ ਵਾਲੇ ਡੱਡੂ ਬਹੁਤ ਨੇ। ਜਿਹੜਾ ਖੂਹ ਹੈ ਨਾ, ਬੰਦਾ ਚੜੇ ਉੱਪਰ ਤੇ ਇੱਕ ਡੱਡੂ ਚੜੇ ਤੇ ਦੂਜਾ ਖਿੱਚਦਾ, ਸਾਡੇ ਹਿੰਦੁਸਤਾਨੀਆਂ ਦੀ ਆਦਤ ਹੈ। ਸੋ ਕ੍ਰਿਕਟ ਦੇ ਵਿੱਚ ਪੈਸਾ ਤਾਂ ਆਇਆ ਕਿਉਂਕਿ ਉਹ ਇਕੱਠੇ ਹੋ ਕੇ ਪ੍ਰਫੁੱਲਤ ਹੋ ਕੇ ਉਹਨਾਂ ਨੇ ਵੰਡ ਲਿਆ, ਤੇ ਹਾਕੀ 'ਚ ਵੰਡਿਆ ਨਹੀਂ ਗਿਆ, ਇਸ ਕਰਕੇ ਹਾਕੀ ਪ੍ਰਫੁੱਲਤ ਨਹੀਂ ਹੋਈ। ਰਾਜਾ ਜੀ ਸਹਿਮਤ ਹੋ? ਗੱਲ ਇੱਥੇ ਮੁੱਕਦੀ ਹੈ। ਮੈਂ ਤੁਹਾਨੂੰ ਫਸਾ ਨਹੀਂ ਰਿਹਾ, ਪਰ ਲੋਕ ਜਾਣਨਾ ਫਿਰ ਵੀ ਚਾਹੁੰਦੇ ਹੋਣਾ। ਗੱਲ ਸੱਚ ਕੀਤੀ ਕਿ ਇਹਨੂੰ ਚੰਗੀ ਲੱਗੇ ਨਾ ਲੱਗੇ ਡਜ਼ਨਟ ਮੈਟਰ। ਨਹੀਂ, ਠੀਕ ਹੈ, ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਤਰੀਕੇ ਨਾਲ ਮੈਂ ਕਹਿੰਦਾ ਕਿ ਕਮਰਸ਼ੀਅਲਾਈਜ਼ ਜਿਸ ਤਰੀਕੇ ਨਾਲ ਸਪੋਰਟਸ ਹੋਏ ਆ, ਹਾਕੀ ਨੂੰ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ। ਤੁਸੀਂ PHL ਜ਼ਿਕਰ ਕੀਤਾ, ਪਰ ਅੱਜ ਦੇਖੋ ਇੱਕ ਕ੍ਰਿਕਟਰ 20-20 ਕਰੋੜ ਦੇ ਵਿਕੀ ਜਾਂਦੇ ਨੇ,
ਔਰ ਇੱਕ ਟੀਮਾਂ ਜਿਹੜੀਆਂ ਸੈਂਕੜੇ ਕਰੋੜਾਂ ਰੁਪਏ ਦੀਆਂ ਨੇ, ਅਲੱਗ ਹੀ ਦੁਨੀਆ ਹੋ ਗਈ ਕ੍ਰਿਕਟ ਦੀ, ਤੇ ਉਹ ਹਾਕੀ ਉਸ ਪਾਸੇ ਨੂੰ ਨਹੀਂ ਵੱਧ ਸਕੀ। ਮੈਨੂੰ ਲੱਗਦਾ ਕਿ ਪ੍ਰੋਮੀਨੈਂਟ ਪੰਜਾਬੀ ਜਿਹੜਾ ਹੈ, ਆਪਾਂ ਹਾਕੀ ਵਰਸਸ ਕ੍ਰਿਕਟ ਨਾ ਕਰੀਏ। ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਕਿਸੇ ਵੀ ਸਪੋਰਟਸ ਦੇ ਪਲੇਅਰ ਨੂੰ ਪੈਸਾ ਮਿਲਦਾ ਹੈ, ਭਾਵੇਂ ਕ੍ਰਿਕਟ ਦਾ ਹੋਵੇ ਭਾਵੇਂ ਕੋਈ ਵੀ ਹੋਵੇ। ਮੈਨੂੰ ਲੱਗਦਾ ਕਿ ਹਮੇਸ਼ਾ ਆਪਾਂ ਹਾਕੀ ਤੇ ਕ੍ਰਿਕਟ ਦੀ ਗੱਲ ਕਰਦੇ ਰਹੇ ਨੇ, ਹੋਰ ਵੀ ਬਹੁਤ ਸਪੋਰਟਸ ਨੇ, ਇਹ 'ਚ ਲਾਨ ਟੈਨਿਸ ਆ, ਬੈਡਮਿੰਟਨ ਆ। ਬੈਡਮਿੰਟਨ ਦੇ ਵਿੱਚ ਮੈਨੂੰ ਲੱਗਦਾ ਕਿ ਪੀਵੀ ਸਿੰਧੂ ਨੇ ਬਹੁਤ ਕ੍ਰਿਕਟਰ ਨੂੰ ਪਿੱਛੇ ਕੀਤਾ ਸੀ ਜਦੋਂ ਉਹਨੇ ਮੈਡਲ ਜਿੱਤਿਆ ਸੀ 올림픽 ਦੇ ਵਿੱਚ, ਭਾਵੇਂ ਕਮਰਸ਼ਲਾਈਜ਼ ਹੋਵੇ, ਭਾਵੇਂ ਐਡਸ ਦਾ ਹੋਵੇ, ਭਾਵੇਂ ਪੈਸੇ ਦੀ ਗੱਲ ਹੋਵੇ। ਮੈਨੂੰ ਲੱਗਦਾ ਕਿ ਇਹ ਵੀ ਪਲੇਅਰਸ ਦੀ ਰਿਸਪੌਂਸਿਬਿਲਟੀ ਬਣਦੀ ਹੈ। ਜਦੋਂ ਤੱਕ ਜਿੱਤਾਂਗੇ ਨਹੀਂ ਉਦੋਂ ਤੱਕ ਪੈਸਾ ਨਹੀਂ ਆਊਗਾ। ਬਿਲਕੁਲ, ਪਰਫਾਰਮੈਂਸ ਚਾਹੀਦੀ। ਕੋਈ ਵੀ ਸਪੋਰਟਸ ਦੀ ਹੋਵੇ, ਬੈਡਮਿੰਟਨ ਦੀ ਗੱਲ ਕਰੀਏ, ਭਾਵੇਂ ਸਾਇਨਾ ਨੇਹਵਾਲ ਆ, ਭਾਵੇਂ ਪੀਵੀ ਸਿੰਧੂ, ਜਦੋਂ ਜਿੱਤੇ ਨੇ ਆਪਾਂ ਬੈਡਮਿੰਟਨ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ। ਪੈਸਾ ਉਹਨਾਂ ਦੋਵਾਂ ਦੇ ਕਰਕੇ ਆਇਆ, ਫੈਡਰੇਸ਼ਨ ਕਰਕੇ ਨਹੀਂ ਆਇਆ। ਪਰਫਾਰਮੈਂਸ ਜਿਹੜੀ ਹੈ, ਜੇ ਕ੍ਰਿਕਟ ਦੀ ਗੱਲ ਕਰੀਏ, ਕ੍ਰਿਕਟ ਦੀ ਪਰਫਾਰਮੈਂਸ ਚੰਗੀ ਰਹੀ ਹੈ, ਠੀਕ ਰਹੀ ਹੈ, ਭਾਵੇਂ ਉਹਨਾਂ ਨੇ ਆਪਣੇ ਟੈਸਟ ਮੈਚ ਨੂੰ, ਭਾਵੇਂ ਵਨਡੇ ਮੈਚ ਨੂੰ, ਕੋਈ ਟੂਰਨਾਮੈਂਟ ਨਹੀਂ ਹੈ, ਪਰ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ। ਇਹ ਮਾਰਕੀਟਿੰਗ ਸਟ੍ਰੈਟਜੀ ਆ, ਪਰ ਉੱਥੇ ਪਰਫਾਰਮੈਂਸ ਠੀਕ ਰਹੀ ਹੈ। ਜਦੋਂ ਤੱਕ ਪਰਫਾਰਮੈਂਸ ਠੀਕ ਨਹੀਂ ਰਹੂਗੀ, ਮੈਨੂੰ ਲੱਗਦਾ ਕਿਸੇ ਵੀ ਸਪੋਰਟਸ ਪੈਸਾ ਨਹੀਂ ਆਊਗਾ। ਜੇ ਹੁਣ ਹਾਕੀ ਦੇ ਵਿੱਚ ਪਰਫਾਰਮੈਂਸ ਠੀਕ ਰਹੀ ਆ, ਜਿਹੜੀ 올림픽 ਦੇ ਵਿੱਚ ਆਇਆ, ਤੇ ਪੈਸਾ ਆਉਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਕਿ ਫੈਡਰੇਸ਼ਨ ਦੇ ਨਾਲ ਪਲੇਅਰਾਂ ਦੀ ਵੀ ਰਿਸਪੌਂਸਿਬਿਲਟੀ ਆ ਗਰਾਊਂਡ ਤੇ ਪਰਫਾਰਮ ਕਰਨਾ। ਮੈਂ ਪੰਜਾਬੀ ਲਾਉਂਦਾ ਪਰ ਕਹਿਣਾ ਜਾ ਰਿਹਾ, ਖੜੇ ਇੱਕ ਸਵਾਲ ਪੁੱਛਣਾ ਚਾਹੁੰਦਾ, BCCI ਕਰਕੇ ਕ੍ਰਿਕਟ ਹੈ ਕਿ ਕ੍ਰਿਕਟਰਾਂ ਕਰਕੇ BCCI ਹੈ? ਹਾਕੀ ਪਲੇਅਰਾਂ ਕਰਕੇ ਫੈਡਰੇਸ਼ਨ ਹੈ ਕਿ ਫੈਡਰੇਸ਼ਨ ਕਰਕੇ ਕ੍ਰਿਕਟ ਹਾਕੀ ਹੈ? ਪਲੇਅਰ ਨੇ, ਜਵਾਬ ਤੁਸੀਂ ਆਪ ਦੇ ਦਿਓ। ਮੈਨੂੰ ਲੱਗਦਾ ਬੋਲੋ ਜਿਹਨੇ ਬੋਲਣਾ, ਜਿਹੜੇ ਪਲੇਅਰਸ ਆਉਣਾ ਕਰਕੇ ਪਲੇਅਰ ਹੈਗੇ ਤਾਂ BCCI ਹੈਗੀ ਆ, ਕਿਉਂ ਜੀ? ਤੇ ਜੇ ਹਾਕੀ ਪਲੇਅਰ ਹੈਗੇ ਨੇ ਤਾਂ ਫੈਡਰੇਸ਼ਨ ਹੈ, ਤੇ ਫੈਡਰੇਸ਼ਨ ਤੇ BCCI ਦਾ ਕੀ ਰੌਲਾ ਵੀ? ਤੇ ਸਾਰੇ ਪੈਸੇ ਫਿਰ ਫੈਡਰੇਸ਼ਨ ਤੇ BCCI ਕੋ ਕਿਉਂ ਜਾ ਰਹੇ ਆ? ਉਹ ਡਿਵਾਈਡ ਕਿਉਂ ਨਹੀਂ ਹੁੰਦੇ ਬਾਕੀ ਗੇਮਾਂ 'ਚ? ਉਹ ਸਾਰੇ ਪਲੇਅਰਾਂ 'ਚ ਕਿਉਂ ਨਹੀਂ ਡਿਵਾਈਡ ਹੁੰਦੇ? ਤੁਸੀਂ ਅਰਬਾਂ ਖਰਮਾ ਕਮਾਓ, ਉਹ ਠੀਕ ਹੈ, ਪਲੇਅਰ ਨੂੰ ਦਿਓ ਚਿੱਲਰ, ਉਹ ਬਹੁਤ ਵਧੀਆ, ਕਿਉਂਕਿ ਚਿੱਲਰ 'ਚ ਬੜਾ ਖੁਸ਼ ਹੈ। ਸਰ ਜੀ ਨੂੰ 20 ਕਰੋੜ ਮਿਲਦਾ ਹੈ ਨਾ, ਉਹ ਰਾਜਪਾਲ ਜੀ ਜਿਹੜਾ ਦੂਜਾ ਨਾ ਫੈਡਰੇਸ਼ਨ ਵਾਲਾ ਤੇ BCCI ਵਾਲਾ, ਉਹ 10,000 ਕਰੋੜ ਕਮਾਉਂਦਾ ਉਹਦੇ ਤੋਂ, ਤੇ ਉਹ ਬਾਕੀ ਪੈਸਾ ਹੈ ਉਹ ਪਲੇਅਰਾਂ 'ਚ ਵੰਡਿਆ ਜਾਂਦਾ। ਪਰ ਇੱਕ ਰਾਹਤ ਦੀ ਗੱਲ ਇਹ ਹੈ ਭਾਜੀ ਕਿ ਹਾਕੀ 'ਚ ਵੀ ਪੰਜਾਬ ਦੀ ਜਿਹੜੀ ਸ਼ਮੂਲੀਅਤ ਹੈ, ਜਿਹੜੀ ਚੀਨ ਹੁਣ ਵੀ ਬ੍ਰੌਂਜ਼ ਮੈਡਲ 올림픽 ਜਿੱਤ ਕੇ ਆਈ ਹੈ, 9 ਤੋਂ 10 ਮੁੰਡੇ ਹਾਕੀ ਪੰਜਾਬ ਦੇ ਖੇਡਦੇ ਨੇ। ਰਾਜਪਾਲ ਜੀ ਕੀ ਕਹਿ ਰਿਹਾ ਮੈਂ? ਬਿਲਕੁਲ ਠੀਕ ਹੈ। ਨਹੀਂ, ਮੈਂ ਉਸੇ ਚੀਜ਼ ਦੇ ਉੱਪਰ ਆ ਰਿਹਾ ਸੀ। ਮੈਂ ਵਾਪਸ ਪ੍ਰੋਮੀਨੈਂਟ ਪੰਜਾਬੀ ਵਾਲੇ, ਕਿਉਂਕਿ ਤੁਹਾਡੇ ਦੋਵਾਂ ਦੀਆਂ ਪਰਸਨਲ ਜਿਹੜੀਆਂ ਲਾਈਫ ਰਹੀ ਹੈ, ਤੁਹਾਡਾ ਸੰਘਰਸ਼ ਰਿਹਾ, ਉਸ ਬਾਰੇ ਵੀ ਲੋਕ ਜਾਣਨਾ ਚਾਹੁੰਦੇ ਨੇ। ਮੈਂ ਉਸ ਪੁਆਇੰਟ ਤੇ ਆਵਾਂਗਾ, ਪਰ ਪਹਿਲਾਂ ਤੁਹਾਨੂੰ ਲੱਗਦਾ ਕਿ ਜਦੋਂ ਇੱਕ ਸੂਬੇ ਦੇ ਵਿੱਚੋਂ, ਇੱਕ ਖਿੱਤੇ ਦੇ ਵਿੱਚੋਂ ਤੁਹਾਡੇ 15 ਚੋਂ 8-9 ਪਲੇਅਰ ਹੋ ਜਾਣ ਤਾਂ ਪੰਜਾਬ ਦੇ ਲਈ ਸੁਣਨ ਨੂੰ ਬਹੁਤ ਵਧੀਆ ਹੈ, ਪਰ ਜਦੋਂ ਆਪਾਂ ਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹਾਂ ਤਾਂ ਫਿਰ ਕਈ ਵਾਰ ਉਹ ਸਪੋਰਟਸ ਬਹੁਤ ਉੱਪਰ ਨਹੀਂ ਜਾ ਪਾਉਂਦਾ। ਇਹ ਵੀ ਇੱਕ ਵਜ੍ਹਾ ਹੁੰਦੀ ਹੈ। ਨਹੀਂ, ਇਹ ਕੋਈ ਵਜ੍ਹਾ ਨਹੀਂ ਹੈ ਕਿ ਆਪਾਂ ਕਹਿ ਦਈਏ ਕਿ ਇੱਕ ਸੂਬੇ ਤੋਂ ਇੰਨੇ ਪਲੇਅਰ ਆ ਗਏ ਤੇ ਪੂਰੇ ਮੁਲਕ ਦੇ ਵਿੱਚ ਜਿਹੜੀ ਉਹ ਸਪੋਰਟਸ ਜਿਹੜੀ ਇੰਨੀ ਪ੍ਰਮੋਟ ਨਹੀਂ ਹੋਊਗੀ। ਭਾਵੇਂ ਕਿਸੇ ਵੀ ਮੁਲਕ ਦੀ ਗੱਲ ਕੀਤੀ ਜਾਵੇ, ਹਰ ਮੁਲਕ ਦੇ ਵਿੱਚ ਕੋਈ ਨਾ ਕੋਈ ਇੱਕ ਇਦਾਂ ਦੀ ਸਟੇਟ ਹੁੰਦੀ ਜਿੱਥੋਂ ਜ਼ਿਆਦਾ ਪਲੇਅਰ ਆਉਂਦੇ ਨੇ। ਜੇ ਆਪਾਂ ਹਾਕੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਆਉਂਦੇ ਰਹੇ। ਜੇ ਅਸੀਂ ਜੂਨੀਅਰ ਵਰਲਡ ਕੱਪ 2001 ਦੀ ਗੱਲ ਕਰੀਏ, ਉਹ 'ਚ 9 ਪਲੇਅਰ ਸੀ। ਜੇ ਉਸ ਤੋਂ ਬਾਅਦ ਹੁਣ ਲੇਟੈਸਟ ਜਿਹੜੀ ਆਪਾਂ ਗੱਲ ਕਰੀਏ, ਜਿਹੜੀ ਟੋਕੀਓ 올림픽 ਦੇ ਵਿੱਚ 10 ਪਲੇਅਰ ਸੀ, 18 ਚੋਂ 10 ਪਲੇਅਰ, ਤੇ ਸਾਰੇ ਉਹਨਾਂ ਨੇ ਸਭ ਨੇ ਪੂਰੇ ਇੰਡੀਆ ਦੇ ਵਿੱਚ ਹੀ ਖੁਸ਼ੀ ਮਨਾਈ ਗਈ ਹੈ, ਸਿਰਫ ਪੰਜਾਬ 'ਚ ਨਹੀਂ ਮਨਾਈ ਗਈ, ਪੂਰੇ ਇੰਡੀਆ 'ਚ ਖੁਸ਼ੀ ਮਨਾਈ ਗਈ। ਉਹ ਟਰਾਈ ਕਲਰ ਹੀ ਉੱਥੇ ਹੋਏਗਾ। ਤਾਂ ਆ ਗੱਲ ਬੜੀ ਸੋਹਣੀ ਕੀਤੀ ਹੈ ਜੀ ਉਹਨਾਂ ਨੇ। ਤੁਸੀਂ ਚਲੇ ਜਾਓ ਜਿੱਥੇ ਮਰਜ਼ੀ, ਦੇਖਦੇ ਜਾਂ ਮੈਂ ਗਲੀਆਂ ਗਈਆਂ, ਤੂੰ ਕੌਣ ਵੀ? ਮੈਂ ਮਰਾਠਾ। ਤੂੰ ਕੌਣ ਵੀ? ਮੈਂ ਪੰਜਾਬੀ। ਤੂੰ ਕੌਣ ਵੀ? ਮੈਂ ਤਾਮਿਲਨਾਡੂ। ਅੱਜ ਤੱਕ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਮੈਂ ਹਿੰਦੁਸਤਾਨੀ ਹਾਂ। ਮੈਂ ਹਮੇਸ਼ਾ ਇਹ ਕਹਿੰਦਾ ਕਿ ਯੋਗਰਾਜ ਸਿੰਘ ਤੂੰ ਕਿੱਥੇ ਦਾ ਹੈ? ਮੈਂ ਆਪਣੇ ਦੇਸ਼ ਭਾਰਤ ਮਾਤਾ ਹਿੰਦੁਸਤਾਨ ਦਾ। ਮੈਂ ਨਹੀਂ ਕਿਸੇ ਨੂੰ ਕਿਹਾ ਮੈਂ ਪੰਜਾਬੀ ਹਾਂ, ਮੈਂ ਹਰਿਆਣਵੀ ਹਾਂ, ਫਲਾਨਾ। ਸਾਡੇ ਜੇ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਕਿ ਇਹ ਪੰਜਾਬ ਦਾ ਹੈ, ਇਹ ਹਰਿਆਣਾ ਦਾ ਹੈ, ਇਹ ਫਲਾਣੇ ਦਾ ਹੈ, ਇਹ ਧਮਕਾ ਹੈ, ਇਸ ਕਰਕੇ ਅਸੀਂ ਕਦੇ ਜ਼ਿੰਦਗੀ 'ਚ ਇਹ ਨਹੀਂ ਕਿਹਾ ਕਿ ਭਾਰਤ ਦੇਸ਼ ਹਮਾਰਾ ਹੈ। ਜਿੱਦਣ ਸਾਰੇ ਦੇ ਸਾਰੇ ਇਸ ਕਿਰਦਾਰ ਦੇ ਬਣ ਜਾਣਗੇ ਕਿ ਮੈਂ ਕਿਸੇ ਸਟੇਟ ਦਾ ਨਹੀਂ, ਕਿਸੇ ਦਾ ਨਹੀਂ, ਮੈਂ ਦੇਸ਼ ਦਾ, ਇਹ ਕੰਠਤਾ ਜਿਹੜੀ ਇਕੱਠੀ ਸ਼ੁਰੂ ਹੋਗੀ ਨਾ, ਉਹਦੇ ਵਿੱਚ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਕਦੇ ਕ੍ਰੀਏਟ ਨਹੀਂ ਹੋਣਗੀਆਂ। ਹੋਪਫੁਲੀ ਪੰਜਾਬ ਦੇ ਬੰਦੇ 10 ਖੇਡਦੇ ਆ, ਹਾਏ ਹਾਏ ਕਿਉਂ ਖੇਡਦੇ ਆ? ਮੇਰੇ ਮਹਾਰਾਸ਼ਟਰ 'ਚੋਂ ਕਿਉਂ ਨਹੀਂ ਖੇਡਦੇ? ਮੇਰੇ ਫਲਾਣੇ, ਉਹ ਫਿਰ ਵਿੱਚ ਜਿਹੜੇ ਕੈਂਚੀਆਂ ਚੱਲਦੀਆਂ, ਪੋਲੀਟੀਸ਼ੀਅਨ ਭਾਜੀ ਬੈਠੇ ਆ, ਭਾਈ ਮੈਂ ਸਿਆਸਤਦਾਨਾਂ ਨੂੰ ਦੇਖਿਆ ਇਹ ਕਰਦੇ, ਕਿਉਂਕਿ ਮੇਰੀ ਜ਼ਿੰਦਗੀ ਗੁਜ਼ਰੀ ਹੈ। ਸਰ, ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਕਿਸੇ ਵਾਸਤੇ ਕੁਝ ਕਰ ਦੇਣਾ, ਇੱਕ ਹੁੰਦੀ ਹੈ ਕਿ ਕਿਸੇ ਤੋਂ ਸਾਰਾ ਕੁਝ ਖੋਹ ਲੈਣਾ। ਫਰਕ ਸਿਰਫ ਇੰਨਾ ਹੀ ਹੈ। ਪਿਛਲੇ ਦਿਨੇ ਗੌਰਵ ਅਸੀਂ ਮੈਂ ਉਹੀ ਪਹਿਲਾਂ ਕਹਿ ਰਿਹਾ, ਮੈਨੂੰ ਚੱਕ ਦੇ ਮੂਵੀ ਵੀ ਯਾਦ ਆ ਰਹੀ ਹੈ ਸ਼ਾਹਰੁਖ ਖਾਨ ਵਾਲੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਰਾਠਾ ਜਾਂ ਪੰਜਾਬੀ ਜਾਂ ਕਿਸੇ ਹੋਰ ਸਟੇਟ ਦਾ ਆਪਾਂ ਜ਼ਿਕਰ ਕਰਦੇ ਹਾਂ। ਬਿਲਕੁਲ। ਪਿਛਲੇ ਦਿਨੇ ਅਰਜੁਨ ਤੇਂਦੁਲਕਰ
ਜਦੋਂ ਚੰਡੀਗੜ੍ਹ ਇੱਕ ਟੂਰਨਾਮੈਂਟ 'ਚ ਆਇਆ ਜੀ। ਔਰ ਐਡਾ ਵੱਡਾ ਇੱਕ ਉਹਦਾ ਫਾਦਰ ਸਚਿਨ ਤੇਂਦੁਲਕਰ ਆਪਣੇ ਆਪ ਜਿਹਨੂੰ ਰੱਬ ਕਹਿੰਦੇ ਨੇ, ਔਰ ਬੜੀ ਚਰਚਾਵਾਂ ਚੱਲੀ ਕਿ ਤੁਸੀਂ ਟਿਪਸ ਦਿੱਤੇ ਅਰਜੁਨ ਨੂੰ ਔਰ ਉਹਦੀ ਪਰਫਾਰਮੈਂਸ ਨੂੰ। ਕਿਆ ਲੱਗਦਾ ਕਿ ਐਡੇ ਵੱਡੇ ਸੁਨੀਲ ਗਾਵਸਕਰ ਦਾ ਬੇਟਾ ਰੋਹਨ ਗਾਵਸਕਰ ਉਹਨਾਂ ਨਹੀਂ ਚੱਲ ਪਾਇਆ, ਸਚਿਨ ਦਾ ਬੇਟਾ ਅਰਜੁਨ ਤੇਂਦੁਲਕਰ ਹਲੇ ਸਟਰਗਲ ਕਰ ਰਿਹਾ। ਇਹ ਸਵਾਲ ਪੁੱਛਣਾ ਚਾਹੁੰਦੇ ਨੇ ਪੇਰੈਂਟਸ ਵੀ, ਕਿਉਂਕਿ ਹਰ ਪੇਰੈਂਟਸ ਚਾਹੁੰਦਾ ਅੱਜ ਕੱਲ੍ਹ ਦਾ ਬੱਚਾ ਰਾਜਪਾਲ ਬਣ ਜਾਏ, ਸਿੱਧਾ ਯੁਵਰਾਜ ਸਿੰਘ ਬਣ ਜਾਏ। ਇਹ ਕੀ ਲੱਗਦਾ ਤੁਹਾਨੂੰ ਆਖਰ ਇਹ ਕਿੱਥੇ ਆ ਕੇ ਚੀਜ਼ ਅਟਕ ਜਾਂਦੀ ਹੈ? ਹਿੰਦੁਸਤਾਨ ਦੇ ਵਿੱਚ ਸਿਰਫ ਬੱਚੇ ਪੈਦਾ ਕਰਨੇ ਆਉਂਦੇ ਆ, ਬੱਚਾ ਪਾਲਣਾ ਇੱਕ ਬਹੁਤ ਵੱਡੀ ਗੱਲ ਹੈ। ਠੀਕ ਹੈ ਜੀ, ਇੱਥੇ ਵਿਆਹ ਕਰਾ ਲਓ, ਬੱਚਾ ਪੈਦਾ ਕਰ ਲਓ, ਬੱਚਾ ਆਪਣੇ ਆਪ ਕਰੇਗਾ, ਬੱਚਾ ਆਪਣੇ ਆਪਣੀ ਦਾਸਤਾਨ ਆਪ ਲਿਖੇਗਾ। ਤੇ ਜੇ ਬੱਚੇ ਨੇ ਆਪਣੀ ਦਾਸਤਾਨ ਆਪ ਲਿਖਣੀ ਹੈ, ਤੇ ਜੇ ਬੱਚੇ ਨੇ ਆਪ ਕੁਝ ਬਣਨਾ, ਫਿਰ ਮਾਂ ਪਿਓ ਦੀ ਲੋੜ ਕੀ ਸੀ? ਰੱਬ ਫਿਰ ਜੰਗਲ ਛੱਡ ਦਿੰਦਾ ਉਹਨੂੰ, ਜਾ ਬਈ ਆਪਣੀ ਦਾਸਤਾਨ ਲਿਖ ਲੈ ਆਪੇ। ਐਦਾਂ ਨਹੀਂ ਹੁੰਦਾ। ਜਦ ਤੁਸੀਂ ਬੱਚਾ ਪੈਦਾ ਕਰਦੇ ਹੋ, ਚਲੋ ਯੁਵਰਾਜ ਦੀ ਗੱਲ ਕਰਦੇ, ਉਹ ਬੱਚੇ ਨੂੰ ਜਦੋਂ ਚੱਲਣ ਲੱਗਦਾ ਨਾ, ਪਿਓ ਚੱਕ ਕੇ ਕਹਿੰਦਾ ਹੈ ਮੈਂ ਤੈਨੂੰ ਆਹ ਬਣਾਉਣਾ, ਦਿਸ ਇਜ਼ ਦ ਵੇ ਯੂ ਗੋਇੰ ਟੂ ਬੀ, ਯੂ ਅੰਡਰਸਟੈਂਡ। ਮੇਰੇ ਫਾਦਰ ਨੇ ਕਿਹਾ ਸੀ ਸ਼ੇਰ ਦਾ ਬੱਚਾ ਘਾਸ ਨਹੀਂ ਖਾਤਾ। ਬਾਪ ਦੇ 20 ਸਾਲ ਲੱਗਦੇ ਨੇ ਬੱਚੇ ਨੂੰ ਪਾਲਣ ਵਾਸਤੇ ਤੇ ਦਾਸਤਾਨ ਬਣਾਉਣ ਵਾਸਤੇ। ਕਿਹੜਾ ਪੇਰੈਂਟ ਹੈ ਇਸ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਿਹਨੇ ਆਪਣੇ 20 ਸਾਲ ਆਪਣੇ ਬੱਚੇ ਵਾਸਤੇ ਦਿੱਤੇ ਹੋਣਗੇ? ਨਹੀਂ। ਉਹ ਬੱਚਾ ਜੀ ਆਪਣੀ ਗੱਲ ਆਪ ਹੀ ਕਰੇਗਾ। ਮੈਂ ਯੂਵੀ ਨਾਲ ਪਿੱਛੇ ਜਿਹੀ ਗੱਲ ਕੀਤੀ, ਉਹ ਮੈਂ ਕਿਹਾ ਇੱਕ ਪੋਤਾ ਆ ਗਿਆ, ਦੂਜਾ ਆਉਣ ਵਾਲਾ ਤੇ ਚੱਲਣ ਲੱਗ ਗਿਆ। ਕੀ ਸੋਚਿਆ? ਉਹ ਪਾਪਾ ਹੁਣ ਬਚਪਨਾ ਉਹਦਾ ਕੀ ਕਰਦੇ ਤੁਸੀਂ? ਉਹ ਪੁਸ਼ਅਪਸ ਮਰਵਾ ਰਿਹਾ ਉਹਨੂੰ। ਚੱਲ ਯੋਗਰਾਜ ਸਿੰਘ ਕੇ ਪੋਤੇ, ਚੱਲ ਯੋਗਰਾਜ ਸਿੰਘ ਕੇ ਬੇਟੇ, ਇੱਕ ਔਰ ਦੋ ਔਰ। ਉਹ ਮੰਜੇ ਤੇ ਪਿਆ। ਉਹਦੀ ਦਾਸਤਾਨ ਹੁਣੇ ਲਿਖਣੀ ਪੈਣੀ ਹੈ ਕਿ ਉਹਨੂੰ ਕੀ ਕਰਾਉਣਾ। ਮੈਂ ਗੋਲਫ ਖਿਡਾਉਣੀ ਹੈ, ਕ੍ਰਿਕਟ ਖਿਡਾਉਣੀ ਹੈ, ਕੀ ਬਣਾਉਣਾ ਹੈ ਹੁਣੇ ਤੋਂ ਉਹਦੀ ਅੱਗ ਦੀ ਦਰਿਆ ਦੀ ਤਿਆਰੀ ਹੋਣੀ ਚਾਹੀਦੀ ਹੈ, ਤਾਂ ਬੱਚੇ ਬਣਦੇ ਨੇ। ਹਜ਼ਾरों बरस नरगिस अपनी बेनूरी पे रोती है, बड़ी मुश्किल से होता है चमन में दीदावर पैदा। ये बाप ਦਾ फर्ज है कि मैं अपने बच्चे ਨੂੰ ਕੀ ਬਣਾਉਣਾ ਹੈ। ਆਪਣੀ ਝਾਤੀ ਮਾਰ ਲਿਓ ਜੇ ਸਾਰੇ ਦੁਨੀਆ ਦੇ ਵਿੱਚ ਬੈਠ ਕੇ। ਮੈਨੂੰ ਇੱਕ ਬੰਦਾ ਕੱਢ ਕੇ ਸਟੇਜ ਤੇ ਲਿਆਓ ਜਿਹੜਾ ਕਹੇਗਾ ਮੈਂ ਆਪਣੇ ਬੱਚੇ ਵਾਸਤੇ 20 ਸਾਲ ਖੂਨ ਪਸੀਨਾ ਦਿੱਤਾ। ਮੈਂ ਜਦੇ ਕਰ ਰਿਹਾ ਸੀ ਉਮੇਸ਼ ਜੀ, ਤੁਸੀਂ ਵਿਟਨੈਸ ਹੋ, ਤੇ ਸਾਰੀ ਦੁਨੀਆ ਖਿਲਾਫ ਸੀ, ਮੇਰੀ ਮਾਂ ਵੀ ਖਿਲਾਫ ਸੀ, ਮੇਰੀ ਜਨਾਨੀ ਵੀ ਖਿਲਾਫ ਸੀ, ਯੂਵੀ ਦੀ ਮਾਂ, ਸਾਰੀ ਦੁਨੀਆ ਖਿਲਾਫ ਸੀ। ਪਰ ਮੈਂ ਕਿਹਾ ਮਾਤਾ, ਜਿੱਦਣ ਮੇਰੀ ਮਾਂ ਗੁਜ਼ਰੀ ਉਦੋਂ ਯੂਵੀ 12 ਸਾਲ ਦਾ ਸੀ, ਮੇਰੀ ਮਾਂ ਨੇ ਮੈਨੂੰ ਕਿਹਾ ਮੇਰੇ ਪੋਤੇ ਨੂੰ ਛੱਡ ਦੇ, ਤੂੰ ਆਪ ਦੀ ਕਿਉਂ ਫਰਸਟ੍ਰੇਸ਼ਨ ਦੇ ਤੇ ਕੱਢਦਾ ਹੈ, ਇਹ ਮਰ ਜੂਗਾ। और मैं कहा माता जी तू कहता सारा कुछ खत्म हो गया, लेकिन मैं तुमने एक गल जरूर दसदा, तू चली जाना है पर जिथे बैठेगी उत्थे आकाश दे विच तेन फकर होगा कि तेरे मुंडे ने तेरे पोते की शान कितनी उच्ची बनाई है। ये बूटा बनेगा जिहदे थल्ले लोग अपनी छतर छाया ते छां माणिया करनगे। बनया अगेंस्ट दी ऑल ऑड्स, अगेंस्ट दी क्रिटिसिज्म ऑफ एवरीबडी इन चंडीगढ़ and in this country, I created by the grace of God, by the blessing of my gurus, and he became Yuvraj Singh। ਇਹ ਚੀਜ਼ਾਂ ਪਿਓ ਨੂੰ ਲਿਖਣੀਆਂ ਚਾਹੀਦੀਆਂ। ਪਰ ਯੋਗਰਾਜ ਜੀ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ। ਬਹੁਤ ਸਾਰੇ ਲੋਕ ਤੁਹਾਡੀਆਂ ਗੱਲਾਂ ਸੁਣ ਕੇ ਕਹਿਣਗੇ ਕਿ ਤੁਸੀਂ ਬੱਚੇ ਦੇ ਉੱਤੇ ਆਪਣੀ ਇੱਛਾ ਥੋਪ ਰਹੇ ਹੋ, ਜ਼ੁਲਮ ਕੀਤਾ ਹੈ। ਹਾਂ, ਤੁਸੀਂ ਲੋਕ ਇਹ ਵੀ ਕਹਿਣਗੇ ਕਿ ਜੋ ਮੈਂ ਨਹੀਂ ਬਣ ਪਾਇਆ ਮੈਂ ਆਪਣੇ ਬੱਚੇ ਪਰ ਜਾ ਕੇ ਪੂਰਾ ਪ੍ਰੈਸ਼ਰ ਪਾਉਂਗਾ ਕਿ ਨਹੀਂ ਹੁਣ ਤੂੰ ਬਣ। ਉਹ ਬਣਨਾ ਚਾਹੁੰਦਾ ਹੋਵੇ ਡਾਕਟਰ, ਤੁਸੀਂ ਉਹਨੂੰ ਕਹੋਗੇ ਨਹੀਂ ਤੂੰ ਹਾਕੀ ਖੇਡ। ਲੋਕ ਇਹ ਵੀ ਕਹਿਣਗੇ, ਇਹ ਕਹਿੰਦੇ ਤੁਹਾਨੂੰ ਸੁਣਨ ਨੂੰ ਸ਼ਾਇਦ ਮਿਲੀ ਹੋਏਗੀ ਇਹ ਸਾਰੀਆਂ ਗੱਲਾਂ। ਵੈਸੇ ਵੀ ਯੂਵੀ ਸਕੇਟਿੰਗ ਕਰਦਾ ਹੁੰਦਾ ਸੀ, ਯੂਵੀ ਸਕੇਟਿੰਗ ਕਰਦਾ ਹੁੰਦਾ, ਨੈਸ਼ਨਲ ਖੇਡਦਾ ਸੀ। ਤੇ ਮੈਡਲ ਬਾਰੇ ਵਿੱਚ ਚੱਕ ਕੇ ਤੇ ਦੁਨੀਆ ਵਾਸਤੇ ਜੀਣਾ ਕਿ ਆਪਣੇ ਵਾਸਤੇ ਜੀਣਾ, ਇਹ ਜਵਾਬ ਤੁਸੀਂ ਦੇ ਦਿਓ। ਤੁਸੀਂ ਆਪਦਾ ਪਰਿਵਾਰ ਦੁਨੀਆ ਚਲਾਉਂਦੀ ਹੈ, ਤੁਹਾਨੂੰ ਪੈਸੇ ਦੁਨੀਆ ਦਿੰਦੀ ਹੈ, ਤੁਹਾਡੇ ਬੱਚੇ ਦੁਨੀਆ ਪਾਲਦੀ ਹੈ? ਨਹੀਂ ਨਹੀਂ ਨਹੀਂ, ਤੁਸੀਂ ਆਪਦਾ ਪਰਿਵਾਰ ਆਪ ਚਲਾਉਣੇ ਹੋ, ਬਿਲਕੁਲ ਆਪ ਬਣਾਉਣੇ ਹੋ। ਬੱਚਾ ਕੀ ਬਣਾਉਣਾ ਹੈ, ਘਰ ਦੀ ਔਰਤ ਨੂੰ ਵੀ ਕਿਵੇਂ ਰੱਖਣਾ ਹੈ ਤੇ ਘਰ ਚਲਾਉਣਾ ਕਿਵੇਂ ਹੈ, ਇਹ ਮਰਦ ਦਾ ਕੰਮ ਹੈ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੇ ਬੰਦੇ ਆਪਣੀ ਔਰਤਾਂ ਦੀ ਇੱਜ਼ਤ ਨਹੀਂ ਕਰਦੇ, ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ, ਜਿਹਨੇ ਜਨਨੀ ਨੇ ਤੁਹਾਨੂੰ ਜੰਮ ਕੇ ਦਿੱਤਾ ਬੱਚਾ, ਫਰਜ਼ ਬਣਦਾ ਹੈ ਉਸ ਬਾਪ ਦਾ ਕਿ ਉਸ ਬੱਚੇ ਦੀ ਦਾਸਤਾਨ ਸਿਰਫ ਤੇ ਸਿਰਫ ਪਿਤਾ ਲਿਖਦਾ ਹੈ। ਇਸ ਕਰਕੇ ਇਸ ਦੁਨੀਆ ਦੇ ਵਿੱਚ ਕਦੇ ਵੀ ਔਰਤ ਨੂੰ ਐਡਾ ਵੱਡਾ ਬਣਾ ਕੇ ਜਨਨੀ ਨੂੰ ਪੀਰ ਪੈਗੰਬਰ ਦੇ ਰੂਪ 'ਚ ਨਹੀਂ ਭੇਜਿਆ, ਕਿਉਂਕਿ ਇਹ ਡਿਊਟੀ ਮਰਦ ਦੀ ਲੱਗੀ ਹੈ, ਪਿਓ ਦੀ ਲੱਗੀ ਹੈ ਕਿ ਤੂੰ ਇਸ ਬੱਚੇ ਨੂੰ ਬਣਾ ਕੇ ਜਿਹੜਾ ਰੱਬ ਨੇ ਤੈਨੂੰ ਦਾਤ ਦਿੱਤੀ ਹੈ ਕਿੱਥੇ ਪਹੁੰਚਾਉਣਾ ਹੈ। ਤੁਸੀਂ ਦੁਨੀਆ ਦੀ ਗੱਲ ਕਰਦੇ ਹੋ, ਮੈਂ ਦੁਨੀਆ ਤੋਂ ਟੰਡੀਆਂ ਲੈਣੀ ਹੈ। ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਲਈ ਕੀ ਕੀਤਾ। ਮੇਰੇ ਬੱਚੇ ਚੱਕ ਕੇ ਦੇਖਿਓ, ਉਹ ਬੈਠੇ ਆ, ਦੇਖੋ ਉਹਨਾਂ ਦੀ ਫਿਟਨੈਸ। ਇਹਨਾਂ ਨੂੰ ਕਹਿਣਾ ਪੈਸਾ ਨਹੀਂ ਕਮਾਉਣਾ, ਜਾਇਦਾਦ ਨਹੀਂ ਕਮਾਉਣੀ, ਸਰੀਰ ਕਮਾਉਣਾ, ਕਿਉਂਕਿ ਰੱਬ ਨੇ ਜਦ ਤੁਸੀਂ ਸਾਰੇ ਪੈਦਾ ਹੋਏ ਇਨਕਲੂਡਿੰਗ ਮੀ, ਨਾ ਦਿੱਤੇ ਕੱਪੜੇ, ਨਾ ਦਿੱਤੀ ਜਾਇਦਾਦ, ਨਾ ਦਿੱਤਾ ਕੁਛ, ਇੱਕ ਤਨ ਦਿੱਤਾ ਤੇ ਉਹਨੂੰ ਵੀ ਸੰਭਾਲ ਕੇ ਰੱਖਿਆ। ਲੱਖ ਲਾਣਤ ਆਪਣੀ ਜ਼ਿੰਦਗੀ ਤੇ। ਮੈਂ ਤੇ ਮੈਨੂੰ ਦੁਨੀਆ ਤੋਂ ਸਰਟੀਫਿਕੇਟ ਲੈਣਾ ਵੀ ਮੈਂ ਕੀ ਕੀਤਾ? नो नो नो, हम ही हम हैं
इस दुनिया में दास्तान लिखने वाले कभी कभी पैदा हुआ करते हैं। जब दास्तान लिखी जाती है, मैं योगराज सिंह की क्रिटिसिज्म ਇੰਨੀ ਕੁ देखी है, किने पत्थर नहीं मारिया, किने गाला नहीं कढ़िया, किने ये नहीं किया भी पता नहीं की समझदा अपने आप नूं, इहने मुंडा मार देना। पर जब मुंडा बनया, ओ मैं तेरा चाचा, ओ मैं तेरी मासी, मैं तेरा फुੱਫੜ, मैं भी बॉल छड़दा हुंदा सी, फलाण सारे आ गए। ये तो अमीर जी तुसीं आप जानते हो। सो आई थिंक ਤੁਹਾਨੂੰ ਕ੍ਰੀਏਸ਼ਨ ਕਰਨੀ ਚਾਹੀਦੀ ਹੈ। ਜਦ ਤੱਕ ਤੁਸੀਂ ਕ੍ਰੀਏਸ਼ਨ ਨਹੀਂ ਕਰੋਗੇ ਤਦ ਤੱਕ ਤੁਹਾਡੀ ਸੋਸਾਇਟੀ ਦੇ ਵਿੱਚ, ਦੁਨੀਆ ਦੇ ਵਿੱਚ ਇੱਜ਼ਤ ਨਹੀਂ ਹੁੰਦੀ। ਇਹ ਤਾਂ ਇੱਕ ਯੁਵਰਾਜ ਹੈ। ਮੈਂ 5000 ਬੱਚੇ ਇਹੋ ਜਿਹੇ ਪੈਦਾ ਕੀਤੇ ਨੇ ਜਿਨ੍ਹਾਂ ਦੀ ਲਿਸਟ ਗਿਣਾ ਦਿਆਂ ਤੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿੱਥੇ ਕਿੱਥੇ ਅਹੁਦੇ ਤੇ ਪਹੁੰਚੇ। ਤੇ ਉਹਨੇ ਮੈਨੂੰ ਕਿਹਾ, ਕਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਜਦ ਮੈਂ ਗਿਆ ਜਾਂ ਕੈਨੇਡਾ ਦੇ ਵਿੱਚ, ਕਿ ਸਾਡੀ ਤਾਂ ਮਾਂ ਤੇ ਸਾਡੇ ਪਿਓ ਨੇ ਸਾਡਾ ਇਹਨਾਂ ਸਤਿਕਾਰ ਪਿਆਰ ਕੀਤਾ ਜਿੰਨਾ ਯੋਗਰਾਜ ਸਿੰਘ ਤੂੰ ਕੀਤਾ। ਮਾਂ ਵੀ ਤੂੰ ਤੇ ਪਿਓ ਵੀ ਤੀ। ਇਸ ਤੋਂ ਵੱਧ ਕੇ ਮੈਨੂੰ ਕੰਪਲੀਮੈਂਟ ਲੈਣਾ ਮੈਂ ਕਿਸੇ ਤੋਂ? ਅੱਜ ਦੁਨੀਆ ਖੜ ਖੜ ਕੇ ਕਹਿੰਦੀ ਵਾਹ ਉਹ ਜਾਂਦਾ ਜਿਹਨੇ ਯੁਵਰਾਜ ਸਿੰਘ ਬਣਾਇਆ, ਉਹ ਜਾਂਦਾ ਜਿਹਨੇ ਇਹ ਕੀਤਾ। ਜਿਹੜਾ ਬੰਦਾ ਕਿਸੇ ਨੂੰ ਦੇਵੇ ਨਾ ਆਪਣਾ ਤਨ ਮਨ ਤਨ ਖੂਨ ਦੇ ਤੁਪਕੇ ਦੂਜੇ ਵਾਸਤੇ ਜੀਏ, ਉਹਦੀ ਜੈਜਾਕਾਰ ਵਾਸਤੇ ਟਾਈਮ ਲੱਗਦਾ। ਗੁਰੂਆਂ ਪੀਰਾਂ ਨੂੰ ਪੱਥਰ ਮਾਰੇ ਐ, ਅਸੀਂ ਮਾਰੇ ਦੁਨੀਆ ਵਾਲਿਆਂ ਨੇ, ਲੇਕਿਨ ਹੁਣ ਆਪਾਂ ਫਿਰ ਗੋਡੇ ਹੋ ਮੱਥੇ ਟੇਕਦੇ ਕਿ ਨਹੀਂ ਟੇਕਦੇ। ਸੋ ਗੱਲ ਕ੍ਰੀਏਟ ਕਰਨ ਦੀ ਹੈ। ਕਿਵੇਂ ਕ੍ਰੀਏਟ ਕਰਨਾ, ਇਹ ਮੇਰਾ ਤਰੀਕਾ ਤੁਹਾਨੂੰ ਪਸੰਦ ਹੈ ਜਾਂ ਨਹੀਂ, ਇਟ ਡਸਨਟ ਮੈਟਰ। ਠੀਕ ਹੈ, ਮੈਂ ਉਹੀ ਕਹਿ ਰਿਹਾ ਜਿਹੜੀਆਂ ਤੁਸੀਂ ਟਿੱਪਣੀਆਂ ਕੀਤੀਆਂ, ਹੋ ਸਕਦਾ ਕਿ ਆਡੀਅנס ਦੇ ਵਿੱਚ ਕੁਝ ਬੈਠੇ ਇਹ ਵੀ ਕਹਿੰਦੇ ਹੁਣ ਕਿ ਇਹ ਕੰਜ਼ਰਵੇਟਿਵ ਸੋਚ ਹੈ, ਕਿ ਇਹ ਬਹੁਤ ਜਿਹੜੀ ਮੈਂ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਰਿਵਾਰ ਨੂੰ ਇੱਕ ਮਰਦ ਨੇ ਦੇਖਣਾ, ਮੈਂ ਪੂਰੀ ਚਰਚਾ ਨੂੰ ਉਸ ਪਾਸੇ ਲੈ ਕੇ ਨਹੀਂ ਜਾਣਾ ਚਾਹੁੰਦਾ, ਪਰ ਸ਼ਾਇਦ ਕੋਈ ਸੋਚ ਰਿਹਾ ਹੋਵੇ ਕਿ ਇਹ ਗੱਲ ਕਿਉਂ ਨਹੀਂ ਹੋ ਰਹੀ ਇੱਥੇ, ਕਿ ਜਦੋਂ ਆਪਾਂ ਮਹਿਲਾਵਾਂ ਦਾ, ਘਰ ਦੀਆਂ ਮਹਿਲਾਵਾਂ ਦਾ ਜ਼ਿਕਰ ਕਰਦੇ ਹਾਂ ਜਾਂ ਆਪਣੇ ਘਰ ਦੇ ਹੋਰ ਮੈਂਬਰਾਂ ਦਾ ਜ਼ਿਕਰ ਕਰਦੇ ਹਾਂ, ਬਿਲਕੁਲ ਮੇਰੀ ਵੀ ਜ਼ਿੰਮੇਵਾਰੀ ਹੈ ਕਿ ਮੈਂ ਜ਼ਰੂਰ ਉਹ ਗੱਲ ਕਹਾਂ ਕਿ ਸ਼ਾਇਦ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਤਾਂ ਤੁਹਾਨੂੰ ਪੁੱਛ ਲਵਾਂ। ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਲੱਗਦਾ ਕਿ ਇਹ ਚਰਚਾ ਸ਼ਾਇਦ ਹੋਈ ਜਾਂ ਹੋਏਗੀ ਜਾਂ ਹੋਵੇਗੀ, कि वाकई जे आप डायरैक्टली ये सोच रहे हैं या कर रहे हैं कि बच्चे किस तरीके नाल अगे ग्रो करनगे, किहड़ी फील्ड नूं ज्वाइन करनगे। अजकल तो 10वीं दे विच जाके बच्चों नूं पुछदे हैं कि हाँ बेटा तू मैडिकल रखना है, नॉन मैडिकल रखना है, डॉक्टर बनना है, इंजीनियर बनना है। मैनूं बड़ा हासा आउंदा तुहाडी गल सुण के। फाफड़ा रब तो लेना कि दुनिया तो लेना? बोलो खजरा, मैं मर के थापड़ा रब तो लेना कि दुनिया तो लेना? लेकिन कुछ इश्क करने वाले ਇਹੋ ਜਿਹੇ ਹੁੰਦੇ ਆ ਜਿਹੜੇ 90% 99% ਤੁਹਾਨੂੰ प्यार करते, कहते वाह क्या बात है। कुछ तो लोग कहेंगे, लोगों का काम है कहना, ਤੇ ਜੇ ਤੁਹਾਡੇ ਕ੍ਰਿਟਿਕ ਨਹੀਂ ਹੋਣਗੇ ਤੁਸੀਂ ਜ਼ਿੰਦਗੀ ਤਰੱਕੀ ਨਹੀਂ ਕਰ ਸਕਦੇ। ਪਰ ਸਵਾਦ ਤਾਂ ਹੈ ਕਿ ਕ੍ਰਿਟਿਕ ਤੁਹਾਨੂੰ ਕਹਿਣ ਵਾਹ ਜੋ ਇਹ ਕਹਿ ਰਿਹਾ ਠੀਕ ਕਹਿ ਰਿਹਾ। ਇਹ ਮੇਰੀ ਸੋਚ ਹੈ, ਮੇਰਾ ਜੀਵਨ ਹੈ, ਮੈਂ ਕੀ ਸੋਚ ਰਿਹਾ, ਮੈਂ ਕੀ ਕਰ ਰਿਹਾ, ਉਹ ਮੈਂ ਕਿਸੇ ਦਾ ਜਵਾਬਦਾਰ ਨਹੀਂ, ਮੈਂ ਜਵਾਬਦਾਰੀ ਮੇਰੀ ਖੁਦਾ ਦੇ ਨਾਲ। ठीक है, चलो फिर समा बहुत बुरा राजपाल भाजी तो भी एक पूछ लेने इस तो जुड़दा सवाल कि जिदा ਤੁਹਾਡੀ ਵਾਈਫ 올림픽ਨ ਸ਼ੂਟਰ ਅਵਨੀਤ ਜੀ ਨੇ, ਉਹ ਵੀ ਪੁਲਿਸ ਅਫਸਰ ਨੇ, ਬੇਟੀ ਹੈ। ਹੁਣ ਮੈਂ ਇੱਕ ਵਾਰ ਫੋਟੋ ਵੀ ਕਈ ਵਾਰ ਦੇਖਦੇ ਹੁੰਦਾ ਕਿ ਸ਼ੂਟਿੰਗ ਹੈ, ਕਿਉਂਕਿ ਅਵਨੀਤ ਜੀ ਸ਼ੂਟਰ ਨੇ, 올림픽ਨ ਰਹਿ ਚੁੱਕੇ ਨੇ। ਕੀ ਲੱਗਦਾ ਹੈ ਕਿ ਬੇਟੀ ਨੂੰ ਸ਼ੂਟਿੰਗ ਵੱਲ ਜਾਣਾ ਹੈ ਜਾਂ ਹਾਕੀ ਵੱਲ, ਇਹ ਚੂਜ਼ ਕੌਣ ਕਰਦਾ ਹੈ, ਜਾਂ ਬੱਚਾ ਜਿਵੇਂ ਇੰਟਰਸਟਿਡ ਆ ਉਹਦਾ ਉਸ ਹਿਸਾਬ ਨਾਲ ਉਹ ਬਣੇਗਾ? ਮੈਨੂੰ ਲੱਗਦਾ ਹੈ ਕਿ ਪਰਿਵਾਰ ਦੀ ਜਿਹੜੀ ਸਪੋਰਟ ਆ ਉਹ ਕਿਸੇ ਵੀ ਕੰਮ ਦੇ ਵਿੱਚ ਬੜੀ ਜ਼ਰੂਰੀ ਹੈ। ਪਰ ਸਪੋਰਟ ਦੇ ਨਾਲ ਨਾਲ ਜਿਹੜਾ ਜਿਵੇਂ ਸਰ ਨੇ ਵੀ ਆਖਿਆ, ਇਹ ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰਾਉਣ, ਜੇ ਉਹਦੀ ਇੰਟਰਸਟ ਨਹੀਂ ਹੁੰਦਾ ਯੁਵਰਾਜ ਦਾ, ਤੇ ਸ਼ਾਇਦ ਅੱਜ ਉਹ ਉੱਥੇ ਨਾ ਹੁੰਦਾ ਜਿੱਥੇ ਅੱਜ ਜਿਸ ਮੁਕਾਮ ਤੇ ਆ। ਮਿਹਨਤ ਵੀ ਕਰਵਾਈ ਜਾਂਦੀ ਆ ਤੇ ਕੀਤੀ ਜਾਂਦੀ, ਪਰ ਮਿਹਨਤ ਦੇ ਫਲ ਲਾਉਣ ਵਾਲਾ ਉਤਲਾ ਪਰਮਾਤਮਾ ਹੈ। ਮਿਹਨਤ ਵੀ ਪਰਮਾਤਮਾ ਕਰਾਉਂਦਾ ਤੇ ਫਲ ਵੀ ਪਰਮਾਤਮਾ ਹੀ ਲਾਉਂਦਾ। ਮੈਨੂੰ ਲੱਗਦਾ ਮਿਹਨਤ ਜਿਹੜੀ ਆ ਹਰ ਕੰਮ ਦੇ ਵਿੱਚ ਬਹੁਤ ਜ਼ਰੂਰੀ ਹੈ। ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ। ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਮੋਮਬੱਤੀਆਂ ਤੇ ਕਦੇ ਕੜਾਏ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਮੈਨੂੰ ਲੱਗਦਾ ਹੈ ਕਿ ਪਿੱਛੇ ਜੇ ਮੈਨੂੰ ਮੇਰਾ ਆਪਣਾ ਖਿਆਲ ਆ, ਕੋਈ ਕਹਿੰਦੇ ਸਟਾਰ ਬਣੋ, ਮੈਂ ਕਿਹਾ ਸਟਾਰ ਨਾ ਬਣੋ। ਸਟਾਰ ਤਾਂ ਉਦੋਂ ਨਿਕਲਦੇ ਆ ਜਦੋਂ ਸੂਰਜ ਢਲਦਾ। ਜੇ ਬਣਨਾ ਤਾਂ ਵੀ ਸੂਰਜ ਬਣੋ, ਤੇ ਜਦੋਂ ਸੂਰਜ ਨਿਕਲਦਾ ਵੀ ਸਟਾਰ ਸਾਰੇ ਛੁਪ ਜਾਂਦੇ ਆ। ਤੇ ਸੂਰਜ ਵਰਗੇ ਸਾਡੀ ਮਿਹਨਤ ਹੋਣੀ ਚਾਹੀਦੀ ਹੈ। ਸੂਰਜ ਜੇ ਆਪਾਂ ਸੂਰਜ ਵਰਗੇ ਬਣਨਾ ਤੇ ਸਾਡੀ ਤਪਸ਼ ਵੀ ਉਨੀ ਹੋਣੀ ਚਾਹੀਦੀ ਹੈ। ਜੇ ਤਪਸ਼ ਦਾ ਮਤਲਬ ਕਿ ਸਾਡੀ ਮਿਹਨਤ ਵੀ ਉਨੀ ਹੋਣੀ ਚਾਹੀਦੀ ਹੈ। ਮਿਹਨਤ ਜਿਹੜੀ ਹੈ ਇੰਡੀਵਿਜੂਅਲ ਅਸੀਂ ਖੁਦ ਕਰਨੀ ਆ, ਭਾਵੇਂ ਕਰਾਉਣ ਵਾਲਾ ਜਿਹੜਾ ਮਰਜ਼ੀ ਆ। ਜੇ ਤੁਸੀਂ ਮੇਰੀ ਬੇਟੀ ਦੀ ਗੱਲ ਕੀਤੀ ਹੈ, ਅਸੀਂ ਜੋ ਮਰਜ਼ੀ ਉਹਨੂੰ ਕਹਿ ਦਈਏ ਕਿ ਤੂੰ ਆਹ ਬਣਨਾ ਆਹ ਬਣਨਾ, ਪਰ ਜੇ ਉਹ 'ਚ ਮਿਹਨਤ ਨਹੀਂ ਕਰੂਗੀ, ਜੋ ਅਸੀਂ ਚਾਹੁੰਦੇ ਆ ਉਹ ਵੀ ਪੂਰਾ ਨਹੀਂ ਹੋਊਗਾ। ਬਿਲਕੁਲ ਮੈਨੂੰ ਲੱਗਦਾ ਕਿ ਉਸ ਇੰਡੀਵਿਜੂਅਲ ਬੱਚੇ ਦੀ ਖੁਦ ਦੀ ਮਿਹਨਤ ਵੀ ਬੜੀ ਜ਼ਰੂਰੀ ਹੈ। ਅੱਛਾ, ਤੁਸੀਂ ਮੈਂ ਗੱਲ ਕਰਨੀ ਜੀ, ਤੁਸੀਂ ਅਰਜਨ ਤੰਦੂਲਕਰ ਦੀ ਗੱਲ ਕੀਤੀ ਆ, ਗੱਲ ਵਿੱਚ ਰਹੇਗੀ। ਆਹੀ ਗੱਲ ਜੀ ਰਾਜਪਾਲ ਜੀ ਕਰ ਰਹੇ ਜਾਂ ਗੱਲ ਮੈਂ ਕੀਤੀ ਹੈ। ਉਹ ਆਇਆ ਬੱਚਾ, ਠੀਕ ਹੈ ਜੀ, ਅਰਜਨ ਤੰਦੂਲਕਰ ਖੜਾ ਸੀ, ਗੇਂਦ ਕਰਨ ਲੱਗ ਗਿਆ ਤੇ ਉਹਦੇ ਬਾਲ ਮਾਰਿਆ, ਥਰੋ ਰੱਖ ਕੇ ਕਿਸੇ ਨਵਾਂ ਬਾਲ ਸ਼ਿਨ ਚ ਵੱਜਾ, ਤਾੜ ਦੇਣੀ, ਆਵਾਜ਼ ਐਵੇਂ ਟੁੱਟ ਗਿਆ ਸਾਰਾ ਕੁਝ। ਉਸ ਬੰਦੇ ਨੇ ਕੁਝ ਰਿਐਕਟ ਨਹੀਂ ਕੀਤਾ।
मतलब जजमेंट किमें करी दी बंदे दी। अरे यार क्या जरूरत थी मारने की इतनी दूर से। मैं उस बंदे की शक्ल वाल देखा, मैं नाल खड़ा सी, उन्हें कोई रिएक्ट नहीं किया। मैंने सचिन तेंदुलकर याद आया, 16 साल की उम्र, वकार यूनिस की बॉल वजी नक ते, नक टुट गया, खून निकल रहा है, और कहता मैं खेलेगा, मैं खेलेगा। जब गोली वजदी है ना, या तो बंदा मर जाता हॉकी ना, नहीं कहता कोई गल नहीं झाड़ दे मक्खी है। वो बॉल वजह, मैं डॉक्टर को ले गया, मैं देखना सी कि टुट तो नहीं गया ਉਹਦਾ ਸ਼ਨ। वो डॉक्टर कहता बिल्कुल ठीक है, ब्लू मार का डब। कहता सर मैं अभी होटल में जा रहा हूं, वहां रेस्ट करूंगा। सुनियो, मैं कहा तू रेस्ट नहीं करेगा, पैड पाएगा तो बैटिंग करेगा, भावें लंग मार के जा। समझ आई? इत्थे आया मेरे कोल, इत्थे पिकनिक नहीं मनाना, सचिन तेंदुलकर का बेटा होएगा आपदे घरे, तेनू जो मैं कह रहा हूं तू करना है। अरे सर मैं कैसे खेलेगा, फलाना करेगा, मैं तुम दसदा किमें खेलेगा, पा पैड। ये मेरी लैंग्वेज है, किसी को पसंद आवे ना आवे। बैटिंग करन गया, सारा कुछ भुल गया। उस बंदे ने उमेश जी बैटिंग करी सज्जणों, अब मैं तुहानूं दस ही नहीं सकता कि किसी को अज तक यही नहीं पता लगा किड्डा वड्डा बैट्समैन है। और छिक्के है मारे जिवें मैनूं आता यूवी खेड रहा यंग एज दे विच। ते मैं फोन किया मंसूर भाई उन्होंने कोच सी, मैं कहा तुहानूं अज तक ये नहीं पता लग्या कि इस बंदे च बैटिंग का कितना टैलेंट है। तुहाडे सामने सारा कुछ गुजरिया। लेकिन गल जिहड़ी तुसीं कीती है कि किसी नूं राजपाल जी कहंदे किवें बनाउणा है, बनाउणा ही बनाउणा है ते आ बनाउणा है। इस तो इलावा जा दूजा जन्म लैके किते मच्छियां तेनों खा जाएंगे, दूजा जन्म लैके कंप्लीट कर ली। और मैं भी कल राजपाल जी कहना, इफ यू कैन नॉट कंप्लीट समथिंग इन दिस लाइफ, यू कम बैक इन द नेक्स्ट लाइफ एंड कंप्लीट इट, अदरवाइज यू आर नो गुड। आस्थान है इन्नी क मौत, इन्नी क जिंदगी, एक मुट्ठी च मौत, एक मुट्ठी जिंदगी। एक बारी यूवी की मां ने कहा हाय हाय मर जूगा मुंडा, क्यों कर दिया तुसीं? मैं कहा कोई गल नहीं, तू किहड़ा बुढ़ी हो गई है, होर जम लांगे। मेरी मां ने रख के थप्पड़ मैंने दिता, तेन शर्म नहीं आती? मैं कहा गल तो मैं सच कही है, जे तुसीं जिंदगी च पहाड़ ते चढ़ना, दुनिया च करना, राजपाल की मौत तो सामने है। मौत का बॉल वजे हॉकी की सिर तां बंदा मर जाता है। मैं ठीक कर रहा। सो जेड़ी चीज मैं कहना चाहना, जिंदगी से परवाह नहीं करी दी कि मैं की बनना, ओ दी जेड़ी लाइन है वो अग दे दरिया ते खिंची होनी चाहिए। दिस इज व्हाट आई वाज ट्राइंग। चलो ਅਸੀਂ ਇਸ ਚਰਚਾ ਨੂੰ ਵਾਈਂਡ ਅਪ ਕਰਾਂਗੇ, ਪਰ ਰਾਜਪਾਲ ਜੀ ਲਾਸਟ ਜਾਂਦੇ ਜਾਂਦੇ ਕੋਈ ਅਜਿਹਾ ਕਿੱਸਾ ਜੋ ਤੁਹਾਨੂੰ ਹਮੇਸ਼ਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਫੀਲਡ ਦੇ ਉੱਤੇ। ਔਰ ਦੂਜਾ ਕਿਉਂਕਿ ਮੈਂ 2008 ਦਾ ਜ਼ਿਕਰ ਨਹੀਂ ਕਰਦਾ, ਉਹ ਹਰ ਹਾਕੀ ਪਲੇਅਰ ਦੇ ਲਈ ਕਿਤੇ ਨਾ ਕਿਤੇ ਹੁੰਦਾ ਕਿ ਅਸੀਂ ਨਹੀਂ 올림픽ਸ ਦੇ ਵਿੱਚ ਕੁਆਲੀਫਾਈ ਕਰ ਪਾਏ ਸੀ, ਇਸ ਕਰਕੇ ਅਸੀਂ ਉਸ ਦਾ ਜ਼ਿਕਰ ਨਹੀਂ। ਪਰ ਕੋਈ ਐਸਾ ਹਾਕੀ ਦੇ ਮੈਦਾਨ ਦਾ ਕਿੱਸਾ ਜੋ ਤੁਹਾਡੇ ਬਹੁਤ ਦਿਲ ਦੇ ਕਰੀਬ ਹੋਵੇ। 2010 ਇਹ ਕਾਮਨਵੈਲਥ ਗੇਮ ਦਿੱਲੀ ਵਾਲੀਆਂ ਸਾਡੇ ਪੂਲ ਦਾ ਲਾਸਟ ਮੈਚ ਪਾਕਿਸਤਾਨ ਨਾਲ ਸੀ ਜੀ। ਪਾਕਿਸਤਾਨ ਜੇ ਡਰਾਅ ਵੀ ਕਰਦਾ ਤੇ ਉਹ ਸੈਮੀਫਾਈਨਲ ਵਾਸਤੇ ਕੁਆਲੀਫਾਈ ਹੁੰਦਾ, ਸਾਨੂੰ ਜਿੱਤਣਾ ਜ਼ਰੂਰੀ ਸੀ। ਥੋੜਾ ਜਿਹਾ ਪ੍ਰੈਸ਼ਰ ਇਸ ਕਰਕੇ ਸੀ ਕਿ ਇਸੇ ਗਰਾਊਂਡ ਤੇ 1982 ਚ ਪਾਕਿਸਤਾਨ ਨੇ ਆਪਾਂ ਨੂੰ ਸਾਨੂੰ ਹਰਾਇਆ ਸੀ, ਪ੍ਰੈਸ਼ਰ ਸੀ ਜੀ। ਸਵੇਰੇ ਜਦੋਂ ਉੱਠੇ ਤੇ ਮੇਰੇ ਨਾਲ ਦਾਨਿਸ਼ ਮੁੰਡਾ ਸੀ, ਦਾਨਿਸ਼ ਮੁਸ਼ਤਫਾ यूपी तो मैं ਉਹਨੂੰ ਆਖਿਆ यार मुझे यार नींद नहीं आई। कहता भाई साहब आई तो मुझे भी नहीं है। एक रात पहला तो सवेरे उठ के तैयार होए, सब कुछ मीटिंग हुई सारी। मीटिंग के थल्ले जो विलेज आते पे असी लिफ्टमैन कहता भाई साहब आज का मैच जीत लेना। सारिਆਂ ਨੂੰ पता है अज पाकिस्तान का मैच है तो प्रैशर मैं एक लिफ्टमैन ਨੂੰ पता है कि भाई साडा बिल्कुल अज मैच है। ਅੱਗੇ ਕਦੀ ਕਿਸੇ ਨੇ ਨਹੀਂ ਵਿਲੇਜ ਆਉਂਦੇ ਸਾਨੂੰ ਵੇਖਿਆ ਕਿ ਕਿਹਦੇ ਨਾਲ ਮੈਚ ਹੈ, ਮਲੇਸ਼ੀਆ ਨਾਲ ਮੈਚ ਹੈ, ਆਸਟ੍ਰੇਲੀਆ ਨਾਲ ਮੈਚ ਹੈ, ਕਿਹਦੇ ਨਾਲ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਬੱਸ 'ਚ ਬਹਿਣ ਲੱਗੇ ਤੇ ਜਿਹੜੇ ਸਿਕਿਉਰਿਟੀ ਅਫਸਰ ਸੀ ਸਾਡੇ ਨਾਲ, ਪੁਲਿਸ ਅਫਸਰ, ਉਹ ਕਹਿੰਦੇ ਸਰ ਅੱਜ ਕਾ ਮੈਚ ਜ਼ਰੂਰ ਜਿੱਤਣਾ ਹੈ। ਉਹ ਪ੍ਰੈਸ਼ਰ ਹੋਰ ਜ਼ਿਆਦਾ ਸਰ ਵੱਧ ਗਿਆ। ਜਦੋਂ ਐਂਟਰ ਕੀਤੇ, ਐਂਟਰ ਤੋਂ ਬਾਅਦ ਬਿਲਕੁਲ ਪੈਕ ਸੀ, ਉਦੋਂ ਦੇ ਸਟੇਡੀਅਮ ਵੀ ਪੈਕ ਸੀ। ਜਿਹੜੇ ਉਦੋਂ ਦੇ ਮੌਜੂਦਾ ਜਿਹੜੀ ਰੂਲਿੰਗ ਪਾਰਟੀ ਸੀ, ਉਹਦੇ ਜਿਹੜੇ ਟੌਪ ਲੀਡਰ ਉਹ ਵੀ ਸਟੇਡੀਅਮ 'ਚ ਬੈਠੇ ਸੀ। ਉਹ ਵੀ ਆ ਕੇ ਕਿਸੇ ਨੇ ਦੱਸਤਾ, ਮੈਂ ਕਿਹਾ ਦੱਸ ਹੀ ਨਾ ਯਾਰ, ਜੋ ਬੈਠੇ ਨੇ ਹੁਣ ਬੈਠੇ ਰਹਿੰਦੇ ਅਸੀਂ ਸ਼ਾਇਦ ਪ੍ਰੈਸ਼ਰ ਘੱਟ ਹੁੰਦਾ, ਤੇ ਪ੍ਰੈਸ਼ਰ ਉਦੋਂ ਪੂਰਾ ਸੀ। ਪ੍ਰੈਸ਼ਰ ਫਿਰ ਨਾਲ ਨਾਲ ਸਬਕੌਂਸ਼ੀਅਸ ਮਾਈਂਡ 'ਚ ਇਹ ਵੀ ਚੱਲ ਰਿਹਾ ਸੀ ਕਿ ਮੈਚ ਕਿਤੇ ਉਹ ਹਿਸਟਰੀ ਰਿਪੀਟ ਨਾ ਹੋ ਜਾਏ। ਪੂਰਾ ਪ੍ਰੈਸ਼ਰ ਸੀ। ਪਰ ਮੈਂ ਕਹੂੰਗਾ ਪ੍ਰਮਾਤਮਾ ਦੀ ਮਿਹਰ ਨਾਲ ਜਿਹੜੀ ਅਸੀਂ ਪਲੈਨਿੰਗ ਕੀਤੀ, ਮੈਨੂੰ ਲੱਗਦਾ ਕਿ ਉਹ ਸਹੀ ਤਰੀਕੇ ਨਾਲ ਉੱਥੇ ਐਗਜ਼ੀਕਿਊਟ ਹੋ ਗਈ। ਅਸੀਂ ਉਦੋਂ ਜਿਹੜਾ ਮੈਚ ਸੀ ਪਾਕਿਸਤਾਨ ਨੂੰ 7-3 ਨਾਲ ਅਸੀਂ ਹਰਾਇਆ ਸੀ। ਤੇ ਮੈਨੂੰ ਲੱਗਦਾ ਕਿ ਉਹ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਪ੍ਰੈਸ਼ਰ ਵਾਲਾ ਮੈਚ ਜਿਹੜਾ ਇੰਨੀ ਸੌਖਾ ਲੰਘ ਗਿਆ। ਪਰ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ, ਨੈਕਸਟ ਮੈਚ ਜਿਹੜਾ ਸੀ ਉਹ ਸੈਮੀਫਾਈਨਲ ਇੰਗਲੈਂਡ ਨਾਲ,
ਮੈਂ ਸਿਰ ਫੜ ਕੇ ਬੈਠਾ ਕਿ ਪ੍ਰੈਸ਼ਰ ਹੀ ਨਾ ਆਵੇ। ਪ੍ਰੈਸ਼ਰ ਆਉਣਾ ਜ਼ਰੂਰੀ ਹੈ, ਮੈਨੂੰ ਲੱਗਦਾ ਕਿ ਸਾਰੇ ਸਹਿਮਤ ਹੋਣਗੇ ਮੇਰੀ ਗੱਲ ਨਾਲ। ਜੇ ਪ੍ਰੈਸ਼ਰ ਨਹੀਂ ਆ ਤੇ ਜਿਹੜੇ ਆਪਟੀਮਮ ਲੈਵਲ ਦੀ ਪਰਫਾਰਮੈਂਸ ਆ ਉਹ ਪਲੇਅਰ ਲਿਆ ਹੀ ਨਹੀਂ ਸਕਦਾ। ਜਿਹੜਾ ਪਲੇਅਰ ਇਹ ਕਹਦੇ ਗਰਾਊਂਡ ਜਾਣ ਤੋਂ ਪਹਿਲਾਂ, ਭਾਵੇਂ ਕਿਸੇ ਵੀ ਸਪੋਰਟਸ ਦਾ, ਕਿ ਮੇਰੇ ਤੇ ਪ੍ਰੈਸ਼ਰ ਨਹੀਂ ਆ, 100% ਝੂਠ ਮਾਰਦਾ ਪਿਆ। 100% ਝੂਠ। ਜਦੋਂ ਅਸੀਂ ਪਰਫਾਰਮੈਂਸ ਲੈ ਕੇ ਆਉਣੀ ਹੈ ਤੇ ਪ੍ਰੈਸ਼ਰ ਜ਼ਰੂਰੀ ਹੈ, ਉਹ ਪ੍ਰੈਸ਼ਰ ਹੀ ਨਾ ਆਵੇ। ਤੇ ਚਲੋ ਪਰ ਪਰਮਾਤਮਾ ਦੀ ਮਿਹਰ ਨਾਲ ਸੀ ਉਹ ਵੀ ਮੈਚ ਟਾਈ ਬ੍ਰੇਕਰ ਤੇ, ਜਿਵੇਂ ਹਾਕੀ ਚੱਕ ਦੇ ਇੰਡੀਆ ਮੂਵੀ ਸੀ ਉਸ ਤਰੀਕੇ ਨਾਲ ਅਸੀਂ ਉਹ ਜਿੱਤਿਆ। ਮੈਨੂੰ ਲੱਗਦਾ ਕਿ ਉਹ ਮੈਂ ਹਮੇਸ਼ਾ ਹੀ ਯਾਦ ਰਹਿੰਦਾ। ਅੱਜ ਵੀ ਜੇ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਪਰ ਮੈਂ ਵਿਜ਼ੂਅਲਾਈਜ਼ ਕਰ ਸਕਦਾ ਕਿ ਕਿਸ ਤਰੀਕੇ ਨਾਲ ਅਸੀਂ ਬੱਸ 'ਚ ਬੈਠੇ, ਕਿਸ ਤਰੀਕੇ ਨਾਲ ਅਸੀਂ ਮੈਚ ਖੇਡਿਆ ਤੇ ਉਸ ਤੋਂ ਬਾਅਦ ਪਲ ਯਾਦ ਹੈ ਜੀ, ਬਿਲਕੁਲ ਯਾਦ ਹੈ। ਗੌਰਵ ਹੁਣ ਖਤਮ ਕਰਨਾ ਪੈਣਾ ਕਿਉਂਕਿ ਕੰਨਾਂ 'ਚ ਸਾਡੇ ਆਵਾਜ਼ ਆਣੀ ਸ਼ੁਰੂ ਹੋ ਗਿਆ ਕਿ ਵਾਈਂਡ ਅਪ ਕਰੋ ਜੀ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਗੱਲਾਂ ਹੋਈਆਂ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਸਮਾਂ ਦੇਣ ਦੇ ਲਈ। ਰਾਜਪਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਨੂੰ ਬੋਲਣ ਦੀ ਆਦਤ ਹੈ, ਮੈਂ ਬੋਲਣਾ ਮਾੜਾ ਜਿਹਾ। ਬੋਲੋ ਇਹ ਸਰ। ਮੈਂ ਗੱਲ ਕੀਤੀ ਹੈ ਨਾ ਪ੍ਰੈਸ਼ਰ ਦੀ, ਜੀ। ਬਹੁਤ ਵਧੀਆ ਗੱਲ ਕੀਤੀ ਹੈ। ਪ੍ਰੈਸ਼ਰ ਦੋ ਕਿਸਮ ਦਾ ਹੁੰਦਾ ਹੈ, ਇਟ ਕੈਨ ਮੇਕ ਯੂ, ਇਟ ਕੈਨ ਬ੍ਰੇਕ ਯੂ। ਇਟ ਇਜ਼ ਪੋਜ਼ਿਟਿਵ ਔਰ ਨੈਗੇਟਿਵ। ਪ੍ਰੈਸ਼ਰ ਨੂੰ ਪੋਜ਼ਿਟਿਵ ਲੈ ਕੇ ਚੱਲੋਗੇ, ਹਮੇਸ਼ਾ ਪਰਫਾਰਮੈਂਸ ਬੈਟਰ ਹੋਏਗੀ। ਬਿਲਕੁਲ ਸਰ, ਬਿਲਕੁਲ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਵਾਪਸ ਰੋਕ ਕਰਦੇ ਹਾਂ ਹਮੇਸ਼ਾ। ਬਹੁਤ ਹੀ ਇੰਟਰਸਟਿੰਗ ਤੇ ਫਾਇਰੀ, ਮੈਂ ਕਹਾਂਗੀ ਗੱਲ ਸ਼ੁਰੂ ਹੋਈ ਸੀ ਲੈਜੈਂਡਸ ਇਨ ਮੋਸ਼ਨ ਤੇ ਮੁੱਕੀ ਹੈ ਜਾ ਕੇ ਲੈਜੈਂਡਸ ਔਨ ਫਾਇਰ ਤੇ। ਸੋ ਬਹੁਤ ਬਹੁਤ ਸ਼ੁਕਰੀਆ ਐਨੀ ਇਨਸਾਈਟਫੁਲ, ਐਨੀ ਮੋਟੀਵੇਟਿੰਗ ਇਸ ਡਿਸਕਸ਼ਨ ਦੇ ਲਈ। ਪਰ ਮੈਂ ਤੁਹਾਨੂੰ ਦੋਨਾਂ ਨੂੰ, ਸਾਡੇ ਮਹਿਮਾਨਾਂ ਨੂੰ ਰਿਕੁਐਸਟ ਕਰਾਂਗੀ ਕੁਝ ਮਿੰਟ ਹੋਰ ਸਾਡੇ ਨਾਲ ਮੰਚ ਤੇ ਤੁਸੀਂ ਬਣੇ ਰਹੋ। ਵਾਈਲ ਆਈ ਇਨਵਾਈਟ ਔਨ ਸਟੇਜ ਮੈਨੇਜਿੰਗ ਐਡੀਟਰ ਨਿਊਜ਼ 18 ਪੰਜਾਬ ਜੋਤੀ ਕਮਲ ਜੀ ਕਿ ਉਹ ਮੰਚ ਤੇ ਆਣ ਤਾਂ ਕਿ ਸਾਡੇ ਵੱਲੋਂ ਇੱਕ ਛੋਟਾ ਜਿਹਾ ਟੋਕਨ ਆਫ ਆਰ ਅਪਰੀਸੀਏਸ਼ਨ ਅਸੀਂ ਆਪਣੇ ਮਹਿਮਾਨਾਂ ਨੂੰ ਪ੍ਰੈਜ਼ੈਂਟ ਕਰ ਸਕੀਏ। ਜ਼ੋਰਦਾਰ ਤਾੜੀਆਂ ਦੀ ਆਵਾਜ਼, ਮੈਨੂੰ ਲੱਗਦਾ ਉਹਦੇ 'ਚ ਆਪਾਂ ਕੰਜੂਸੀ ਨਹੀਂ ਕਰਨੀ ਹੈ। ਸਾਡੇ ਲੈਜੈਂਡਸ ਨੇ ਜਿਨ੍ਹਾਂ ਨੂੰ ਅਪਰੀਸ਼ੀਏਟ ਕਰਨਾ ਬਣਦਾ ਹੈ ਤਾਂ ਕਿ ਹੋਰ ਲੈਜੈਂਡਸ ਇੰਸਪਾਇਰ ਕਰ ਸਕਣ, ਮੋਟੀਵੇਟ ਕਰ ਸਕਣ ਅੱਗੇ ਯੰਗਸਟਰਸ ਨੂੰ। ਸੋ ਜ਼ੋਰਦਾਰ ਤਾੜੀਆਂ ਹੋ ਜਾਣ ਰਾਜਪਾਲ ਜੀ ਦੇ ਲਈ, ਯੋਗਰਾਜ ਜੀ ਦੇ ਲਈ। बहुत बहुत शुक्रिया योगराज जी, राजपाल जी, दिली जोरदार तालियां हो जान। थैंक यू उमेश, थैंक यू गौरव।